ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਇਓ ਜਰਾਮ ਪਾਸ ਤਤਕਾਲਾ ਮੁਖ ਬੋਲਤ ਦੁਰਬਾਕ ਬਿਸਾਲਾ। ਤੇਹ ਛਿਨ ਸ਼੍ਰੀ ਨਾਨਕ ਜੈ ਰਾਮਾ ਬੈਸੇ ਏਕ ਥਾਨ ਅਭਿਰਾਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਤਿਲਕ ਜੰਜੂ ਦੇ ਰਾਖੇ ਸਤਿਗੁਰੂ ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨਾਂ 'ਚ ਜੁੜ ਬੈਠੀ परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो निता प्रति गुरु चरणा च जुड़ के पहले पातशाह आदि गुरु जगत गुरु श्री गुरु नानक देव साहब सच्चे पातशाह दा पावन इतिहास सतगुरां दी जन्म साखी दी चल रही लड़ीवार कथा बहुत ही अदब सत्कार शरदा सहित आप जी सरवण कर रहे हो। दीना बंधु धन गुरु नानक देव साहब जी महाराज सुल्तानपुर साहब की पवित्र धरती ते अनेक प्रकार के कौतक वरता रहे ने।
ਸਤਿਗੁਰਾਂ ਦੇ ਸਹੁਰਾ ਸਾਹਿਬ ਬਾਬਾ ਮੂਲ ਚੰਦ ਜੀ ਬਟਾਲਿਓਂ ਚੱਲ ਕੇ ਆਏ ਨੇ। ਮਾਤਾ ਸੁਲੱਖਣੀ ਜੀ ਨੇ ਆਪਣਾ ਕੁਝ ਦੁੱਖ ਬਾਬਾ ਮੂਲ ਚੰਦ ਸਾਹਿਬ ਨੂੰ ਦੱਸਿਆ। ਆਖਿਆ, ਪਿਤਾ ਜੀ, ਮੈਂ ਇੱਥੇ ਸੁਖੀ ਨਹੀਂ ਹਾਂ। ਕਾਰਨ ਇਹ ਹੈ ਕਿ ਜਿਨ੍ਹਾਂ ਦੇ ਲੜ ਤੁਸੀਂ ਮੈਨੂੰ ਲਾਇਆ ਉਹ ਮੇਰੇ ਨਾਲ ਕੁਝ ਗੱਲਬਾਤ ਨਹੀਂ ਕਰਦੇ। ਫਿਰ ਉਹ ਜਿੰਨੀ ਮਾਇਆ ਆਉਂਦੀ ਹੈ ਮੋਦੀ ਖਾਨੇ 'ਚ ਸਭ ਕੁਝ ਲੁਟਾਈ ਜਾਂਦੇ ਨੇ, ਜੋੜ ਕੇ ਕੁਝ ਨਹੀਂ ਰੱਖਦੇ। ਬਾਬਾ ਮੂਲ ਚੰਦ ਜੀ ਨੇ ਸੁਣ ਕੇ ਮਨ 'ਚ ਦੁੱਖ ਮਨਾਇਆ ਤੇ ਪਿਛਲੇ ਵੇਲੇ ਨੂੰ ਪਛਤਾਉਂਦੇ ਆ। ਕਹਿੰਦੇ ਚੱਲੋ ਜੈ ਰਾਮ ਨੂੰ ਚੱਲ ਕੇ ਉਲਾਂਭਾ ਦਿਆਂ, ਕਿਉਂਕਿ ਵਿਚੋਲਾ ਤਾਂ ਉਹੀ ਸੀ। ਉਹਨੇ ਜਿਵੇਂ ਦੱਸਿਆ ਸੀ ਉਦਾਂ ਦਾ ਵਰ ਨਹੀਂ ਹੈ। ਜੇ ਉਹ ਦੱਸ ਦਿੰਦਾ ਵੀ ਇਹਦੀ ਆਦਤਾਂ ਫਕੀਰਾਂ ਵਾਲੀਆਂ ਨੇ ਤਾਂ ਮੈਂ ਉਦੋਂ ਹੀ ਸੋਚ ਲੈਂਦਾ। ਭਾਈਏ ਜੈ ਰਾਮ ਨੂੰ ਬਾਬਾ ਮੂਲ ਚੰਦ ਜੀ ਉਲਾਂਭਾ ਦੇਣ ਲਈ ਆ ਰਹੇ ਨੇ। ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਇਹ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਲਿਖ ਰਹੇ ਨੇ, ਜੋ ਯਮੁਨਾ ਨਗਰ ਜਗਾਦਰੀ ਦੇ ਪਾਸ ਬੂੜੀਆ ਨਗਰ ਵਿੱਚ ਬਹਿ ਕੇ ਭਾਈ ਸਾਹਿਬ ਨੇ ਕਥਾ ਲਿਖੀ ਹੈ। ਮਨ ਔਰ ਬਿਰਤੀਆਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਇਓ ਜੈ ਰਾਮ ਪਾਸ ਤਤਕਾਲਾ। ਬਾਬਾ ਮੂਲ ਚੰਦ ਸਾਹਿਬ ਜੀ ਚੱਲ ਕੇ ਭਾਈਏ ਜੈ ਰਾਮ ਦੇ ਕੋਲ ਬੜੀ ਛੇਤੀ ਨਾਲ ਕਾਹਲੀ ਨਾਲ ਪੈਰ ਪੁੱਟ ਕੇ ਆਏ। ਮੁਖ ਬੋਲਤ ਦੁਰਬਾਕ ਬਿਸਾਲਾ। ਆ ਕੇ ਭਾਈਏ ਜੈ ਰਾਮ ਨਾਲ ਬਾਬਾ ਮੂਲ ਚੰਦ ਜੀ ਨੇ ਸਿੱਧੇ ਮੂੰਹ ਗੱਲ ਨਹੀਂ ਕੀਤੀ। ਆ ਕੇ ਕੋਈ ਰਾਮ ਸਲਾਮ ਨਹੀਂ ਆਖੀ। ਸਿੱਧਾ ਹੀ ਜਿਹੜੇ ਦੁਰਬਾਕ ਸਨ ਮੂੰਹੋਂ ਉਹ ਬੋਲਣ ਲੱਗੇ। ਤੇਹ ਛਿਨ ਸ਼੍ਰੀ ਨਾਨਕ ਜੈ ਰਾਮਾ। ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਭਾਈਆ ਜੈ ਰਾਮ ਜੀ ਵੈਸੇ ਏਕ ਥਾਨ ਅਭਿਰਾਮਾ। ਇੱਕੋ ਜਗ੍ਹਾ ਤੇ ਬੈਠੇ ਹੋਏ ਸੀ। ਜਦੋਂ ਬਾਬਾ ਮੂਲ ਚੰਦ ਜੀ ਆਏ ਨੇ ਨਾ ਭਾਈਏ ਜੈ ਰਾਮ ਕੋਲ, ਭਾਈਆ ਜੈ ਰਾਮ ਜੀ ਵੀ ਉੱਥੇ ਹੀ ਬੈਠੇ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੀ ਉੱਥੇ ਹੀ ਬੈਠੇ ਹਨ। ਜਬ ਹੈ ਬਿਲੋਕਿਓ ਮੂਲਾ ਆਵਾ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਔਰ ਭਾਈਏ ਜੈ ਰਾਮ ਨੇ ਵੇਖਿਆ ਕਿ ਬਾਬਾ ਮੂਲ ਚੰਦ ਸਾਹਿਬ ਜੀ ਆ ਰਹੇ ਹਨ, ਸਨਮਾਨਿਓ ਆਸਨ ਬੈਸਾਵਾ। ਸਨਮਾਨ ਦੇ ਕੇ ਭਾਈਏ ਜੈ ਰਾਮ ਨੇ ਅਦਬ ਦੇ ਕੇ ਬਾਬਾ ਮੂਲ ਚੰਦ ਜੀ ਨੂੰ ਨੇੜੇ ਆਸਣ ਸੀ ਉਹਦੇ ਤੇ ਬਿਠਾਇਆ। ਬੈਸਤ ਬੋਲਿਓ ਗਿਰਾ ਕਠੋਰਾ। ਬਹਿੰਦਿਆਂ ਬਹਿੰਦਿਆਂ ਹੀ ਬਾਬਾ ਮੂਲ ਚੰਦ ਬੜੀ ਕਠੋਰ ਸ਼ਬਦਾਵਲੀ ਵਿੱਚ ਬੋਲਿਆ। ਸੁਨ ਜੈ ਰਾਮ ਤੂੰ ਦੁਸ਼ਮਨ ਮੋਰਾ। ਕਹਿਣ ਲੱਗਾ, ਓ ਜੈ ਰਾਮ ਤੂੰ ਮੇਰਾ ਵੱਡਾ ਦੁਸ਼ਮਣ ਹੈ, ਸਭ ਤੋਂ ਵੱਡਾ ਦੁਸ਼ਮਣ। ਜੈ ਰਾਮ ਸੁਣ, ਤੂੰ ਮੇਰਾ ਦੁਸ਼ਮਣ ਹੈ। ਪੂਰਬ ਜਨਮ ਸ਼ਤੁਰਤਾ ਤੇਰੀ। ਇਸ ਜਨਮ 'ਚ ਤਾਂ ਨਹੀਂ ਸੀ ਮੈਂ ਤੇਰਾ ਕੁਝ ਵਿਗਾੜਿਆ, ਜ਼ਰੂਰ ਕੋਈ ਪਿਛਲੇ ਜਨਮ ਦਾ ਤੇਰਾ ਮੇਰਾ ਵੈਰ ਹੋਣਾ, ਤੇ ਪਿਛਲੇ ਜਨਮ ਦੀ ਜਿਹੜੀ ਕੋਈ ਸ਼ਤਰਤਾਈ ਸੀ, ਵੈਰ ਪੁਣਾ ਸੀ, ਤੂੰ ਇਸ ਜਨਮ ਦੇ ਵਿੱਚ ਮੇਰੇ ਨਾਲ ਨਿਭਾਇਆ ਹੈ। ਜਾਂ ਤੇ ਦਸ਼ਾ ਕਰੀ ਅਸ ਮੇਰੀ। ਤੂੰ ਕੋਈ ਪਿਛਲੇ ਜਨਮ ਦਾ ਮੇਰਾ ਦੁਸ਼ਮਣ ਹੈ ਕਿ ਮੇਰੀ ਤੂੰ ਇਹੋ ਜੀ ਦਸ਼ਾ ਕਰ ਦਿੱਤੀ ਹੈ, ਮੇਰੀ ਇਹੋ ਜੀ ਹਾਲਤ ਕਰ ਦਿੱਤੀ ਹੈ। ਯਹ ਜੋ ਸਦਾ ਫਕੀਰਨ ਸੰਗੀ। ਆ ਜਿਹੜੇ ਤੇਰੇ ਕੋਲ ਬੈਠੇ ਨੇ ਨਾਨਕ ਜੀ, ਇਹ ਸਦਾ ਫਕੀਰਾਂ ਦੇ ਸੰਗੀ ਨੇ, ਇਹ ਫਕੀਰਾਂ ਦੇ ਨਾਲ ਰਹਿੰਦੇ ਹਨ। ਤਾਂ ਕਿ ਹੇਤ ਸੁਤਾ ਮੁਰ ਮੰਗੀ। ਤੇ ਤੂੰ ਇਹ ਨਹੀਂ ਸੀ ਜਾਣਦਾ ਵੀ ਇਹ ਫਕੀਰ ਹੈ, ਤੇ ਤੂੰ ਆ ਕੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਦੱਸਿਆ ਵੀ ਜੀ ਉਹਨਾਂ ਦਾ ਮੋਦੀ ਖਾਨਾ ਚੱਲਦਾ ਹੈ
ਔਰ ਮੇਰੀ ਧੀ ਇਹੋ ਜੇ ਫਕੀਰ ਦੇ ਲੜ ਲਾ ਦਿੱਤੀ ਐ। ਬਨ ਹੈ ਫਕੀਰ ਏਕ ਦਿਨ ਮਾਹੀ। ਉਹ ਦਿਨ ਦੂਰ ਨਹੀਂ ਜਦੋਂ ਇਹਨੇ ਵਾਕਈ ਫਕੀਰ ਬਣ ਕੇ ਘਰ ਛੱਡ ਕੇ ਚਲਿਆ ਜਾਣਾ। ਜਿਹੋ ਜੀਆਂ ਇਹਦੀਆਂ ਆਦਤਾਂ ਮੈਂ ਵੇਖ ਰਿਹਾ ਜਾਣ ਰਿਹਾ, ਉਹ ਦਿਨ ਦੂਰ ਨਹੀਂ, ਇੱਕ ਦਿਨ ਇਹਨੇ ਜ਼ਰੂਰ ਫਕੀਰਾਂ ਦੇ ਨਾਲ ਜਾ ਰਲਣਾ। ਰੋਚਿਤ ਕਰ ਹੈ ਸਭ ਸੰਸੈ ਨਾਹੀ। ਮੈਨੂੰ ਇਸ ਗੱਲ ਵਿੱਚ ਕੋਈ ਸੰਸਾ ਨਹੀਂ ਹੈ। ਇਹਨਾਂ ਦੀ ਰੁਚੀ ਫਕੀਰਾਂ ਵਾਲੀ ਹੈ, ਹਮੇਸ਼ਾ ਫਕੀਰਾਂ ਵਾਂਗੂ ਵਰਤਦੇ ਨੇ, ਫਕੀਰਾਂ ਵਾਂਗੂ ਦਾਨ ਕਰਦੇ ਨੇ, ਕਿਸੇ ਚੀਜ਼ ਨੂੰ ਜੋੜ ਕੇ ਆਪਣੇ ਕੋਲ ਨਹੀਂ ਰੱਖਦੇ। ਜਾਂ ਕੋ ਜਾਂ ਸੋ ਲਾਗਿਓ ਹੇਤਾ। ਇਹ ਸੰਸਾਰ ਦਾ ਇੱਕ ਨਿਯਮ ਹੈ ਵੀ ਜਿਹਦੇ ਨਾਲ ਹੇਤ ਲੱਗ ਜਾਏ। ਮੰਨ ਲਓ ਜੇ ਕਿਸੇ ਚੋਰ ਦੇ ਨਾਲ ਕਿਸੇ ਦੀ ਮਿੱਤਰਤਾ ਪੈ ਜੇ ਤਾਂ ਉਹ ਚੋਰ ਹੋ ਜਾਏਗਾ ਕੁਝ ਸਮੇਂ ਬਾਅਦ। ਕਿਸੇ ਅਮਲੀ ਦੇ ਨਾਲ ਕੋਈ ਸੌਂਫੀ ਸੰਗਤ ਕਰਨ ਲੱਗ ਪਵੇ, ਕੁਝ ਸਮੇਂ ਬਾਅਦ ਉਹ ਵੀ ਅਮਲੀ ਹੋ ਜਾਏਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੋ ਜਿਹੀ ਦੀ ਕੋਈ ਸੰਗਤ ਕਰਦਾ ਹੈ, ਕੁਝ ਸਮੇਂ ਬਾਅਦ ਉਹ ਉਹੋ ਜਿਹਾ ਹੀ ਹੋ ਜਾਂਦਾ ਹੈ। ਬਨਤ ਸੋ ਤਸ ਕਹਿ ਸੋ ਮਤ ਨਿਕੇਤਾ। ਸਿਆਣੇ ਕਹਿੰਦੇ ਨੇ ਕਿ ਜੈਸੇ ਦੀ ਸੰਗਤ ਮਿਲੇ ਬੰਦਾ ਤੈਸਾ ਹੋ ਜਾਂਦਾ ਹੈ। ਇਹ ਵੀ ਫਕੀਰਾਂ ਦੀ ਸੰਗਤ ਕਰਦਾ ਹੈ, ਸਾਧੂਆਂ ਦੀ ਸੰਗਤ ਕਰਦਾ ਹੈ, ਤੇ ਜ਼ਰੂਰ ਇੱਕ ਦਿਨ ਇਹਨੇ ਵੀ ਫਕੀਰ ਬਣ ਹੀ ਜਾਣਾ। ਜੇ ਹਉ ਲੱਛਣ ਜਾਣਤ ਐਸੇ। ਜੇ ਮੈਨੂੰ ਪਤਾ ਹੁੰਦਾ ਨਾ ਜੈ ਰਾਮ, ਮੈਂ ਜਾਣਦਾ ਹੁੰਦਾ ਕਿ ਨਾਨਕ ਦੇ ਇਹੋ ਜਿਹੇ ਲੱਛਣ ਨੇ, ਇਹਦੀਆਂ ਇਹੋ ਜੀਆਂ ਆਦਤਾਂ ਨੇ, ਸੁਤਾ ਸੰਬੰਧ ਕਰਤ ਕਹੋ ਕੈਸੇ। ਮੈਂ ਕਦੇ ਵੀ ਆਪਣੀ ਧੀ ਦਾ ਸੰਬੰਧ ਇਹਦੇ ਨਾਲ ਨਾ ਜੋੜਦਾ। ਕਦੇ ਵੀ ਮੈਂ ਆਪਣੀ ਧੀ ਦਾ ਪੱਲਾ, ਧੀ ਨੂੰ ਇਹਦਾ ਲੜ ਨਾ ਫੜਾਉਂਦਾ। ਆਪਨ ਪਰ ਆਵਤ ਬਹੁ ਦਰਬਾਰ। ਮੈਂ ਜਾਣਦਾ ਕਿ ਮੋਦੀ ਖਾਨੇ ਚ ਆਮਦਨ ਦੀ ਕੋਈ ਕਮੀ ਨਹੀਂ, ਉੱਥੇ ਬਹੁਤ ਸਾਰੀ ਆਮਦਨ ਆਉਂਦੀ ਹੈ। ਬਾਦ ਲੁਟਾਏ ਫਕੀਰਨ ਸਰਬਾ। ਪਰ ਨਾਨਕ ਸਭ ਕੁਝ ਲੁਟਾਈ ਜਾਂਦਾ ਹੈ, ਵਿਅਰਥ ਗਵਾਈ ਜਾਂਦਾ ਹੈ। ਘਰ ਦੇ ਵਿੱਚ ਕਦੇ ਵਿਹਾਜ ਕੇ ਨਹੀਂ ਲਿਆਇਆ, ਕਦੇ ਮੇਰੀ ਧੀ ਸੁਲੱਖਣੀ ਦੀ ਤਲੀ ਤੇ ਰੁਪਈਆ ਨਹੀਂ ਰੱਖਿਆ। ਪੂਰਬ ਜਨਮ ਕਰੇ ਅਗ ਭਾਰੀ। ਮੂਲ ਚੰਦ ਜੀ ਕਹਿੰਦੇ ਮੇਰੇ ਕੋਈ ਪੂਰਬਲੇ ਜਨਮਾਂ ਦੇ ਪਾਪ ਅੱਗੇ ਆਏ ਨੇ। ਇੱਥੋਂ ਤੱਕ ਵੀ ਕਹਿ ਦਿੱਤਾ। ਮੂਲ ਚੰਦ ਕਹਿੰਦੇ ਮੇਰੇ ਕੋਈ ਪੂਰਬਲੇ ਜਨਮਾਂ ਦੇ ਪਾਪ ਭਾਰੀ ਪਾਪ ਹਨ। ਭਇਓ ਜਮਾਤਾ ਤੋ ਦੁਖਦਾਰੀ। ਕਿ ਮੈਨੂੰ ਇਹੋ ਜਿਹਾ ਜਵਾਈ ਮਿਲਿਆ ਨਾਨਕ ਦੇ ਰੂਪ ਵਿੱਚ। ਮੇਰੇ ਕੋਈ ਪੂਰਬਲੇ ਜਨਮਾਂ ਦੇ ਭਾਗ ਮਾੜੇ ਸਨ। ਬਾਬਾ ਮੂਲ ਚੰਦ ਜੀ, ਸੱਚਾਈ ਤਾਂ ਇਹ ਹੈ ਕਿ ਤੁਹਾਡੇ ਪੂਰਬਲੇ ਜਨਮਾਂ ਦੀ ਕਈ ਜਨਮਾਂ ਦੀ ਬੰਦਗੀ ਦਾ ਇਹ ਫਲ ਹੈ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਜਵਾਈ ਬਣੇ ਹਨ। ਪਰ ਬਾਬਾ ਮੂਲ ਚੰਦ ਜੀ ਨੂੰ ਉਹ ਅੱਖਾਂ ਨਹੀਂ ਮਿਲੀਆਂ ਜਿਹਦੇ ਨਾਲ ਸਿਆਣ ਸਕਦੇ। ਕਹਿੰਦੇ ਮੇਰੇ ਕਈ ਜਨਮਾਂ ਦੇ ਸ਼ਾਇਦ ਕੋਈ ਪਾਪ ਨੇ, ਮਾੜੇ ਭੈੜੇ ਕਰਮ ਨੇ ਕਿ ਮੈਨੂੰ ਇਹੋ ਜਿਹਾ ਜਵਾਈ ਲੱਦਾ ਹੈ। ਨੈਕ ਨ ਮਮਤਨੀਆ ਸਨਮਾਨਾ। ਇਹਨੇ ਥੋੜਾ ਜਿੰਨਾ ਵੀ ਮੇਰੀ ਧੀ ਦਾ ਸਨਮਾਨ ਨਹੀਂ ਕੀਤਾ, ਥੋੜਾ ਜਿੰਨਾ ਵੀ ਮੇਰੀ ਧੀ ਦਾ ਸਤਿਕਾਰ ਨਹੀਂ ਰੱਖਿਆ। ਕਿਨ ਹੈ ਨਾ ਸਮਝਾਏ ਕਿਆ ਜਾਨਾ। ਕਿਸੇ ਨੇ ਨੂੰ ਸਮਝਾਇਆ ਹੀ ਨਹੀਂ। ਜੈ ਰਾਮ ਤੇਰੇ ਕੋਲ ਰਹਿੰਦੇ ਨੇ, ਤੇਰਾ ਬਾਪੂ ਪਰਮਾਨੰਦ ਇੱਥੇ ਰਹਿੰਦਾ, ਕੋਈ ਇਹਨੂੰ ਸਮਝਾਉਣ ਵਾਲਾ ਨਹੀਂ। ਤੁਹਾਡੇ ਚੋਂ ਕੋਈ ਵੀ ਇਹਨੂੰ ਨਹੀਂ ਸਮਝਾਉਂਦਾ। ਖਬਰੇ ਤੁਸੀਂ ਇਹਨੂੰ ਕੀ ਜਾਣਦੇ ਹੋ। ਭਈ ਦੀਨ ਨਿਤ ਰਹਿਤ ਦੁਖਾਰੀ। ਮੇਰੀ ਧੀ ਨਿਤ ਦੁਖੀ ਰਹਿੰਦੀ ਹੈ, ਉਹ ਦੀਨ ਹੈ, ਵਿਆਕੁਲ ਤੇ ਬੇਬਲ ਹੈ। ਮਮ ਆਗੇ ਨਿਜ ਬ੍ਰਿਥਾ ਉਚਾਰੀ। ਮੇਰੇ ਅੱਗੇ ਉਹਨੇ ਆਪਣੀ ਸਾਰੀ ਪੀੜਾ ਰੋ ਰੋ ਕੇ ਮੈਨੂੰ ਦੱਸੀ ਹੈ, ਰੋ ਰੋ ਕੇ ਉਹਨੇ ਮੈਨੂੰ ਆਪਣਾ ਦੁੱਖ ਸੁਣਾਇਆ ਹੈ। ਉਪਾਲੰਭ ਨਿਸ਼ਠੁਰ ਯੁਗ ਸਾਨੀ। ਏਦਾਂ ਬਾਬੇ ਮੂਲ ਚੰਦ ਨੇ ਉਲਾਂਭੇ ਦਿੱਤੇ ਬੜੀ ਕਠੋਰ ਸ਼ਬਦਾਵਲੀ 'ਚ, ਬੜੇ ਕਰੜੇ ਸ਼ਬਦਾਂ ਦੇ ਵਿੱਚ ਇਹ ਉਲਾਂਭੇ ਬਾਬਾ ਮੂਲ ਚੰਦ ਸਾਹਿਬ ਨੇ ਦਿੱਤੇ। ਸੁਨੀ ਜਰਾਮ ਸ਼ਰੋਣ ਸਭ ਬਾਨੀ। ਭਾਈਏ ਜੈ ਰਾਮ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ, ਮਹਿਤਾ ਜੀ ਨਾ ਕੀਜੈ ਰੋਸੂ। ਕਹਿਣ ਲੱਗੇ ਮਹਿਤਾ ਜੀ ਰੋਸ ਨਾ ਕਰੋ, ਤੁਸੀਂ ਏਦਾਂ ਗੁੱਸਾ ਨਾ ਮਨਾਓ। ਦੋਸ਼ ਆਰੋਪੋ ਨਹਿ ਬਿਨ ਦੋਸ਼ੂ। ਤੁਸੀਂ ਏਦਾਂ ਦੇ ਦੋਸ਼ ਨਾ ਆਰੋਪੋ।
ਭਲਾ ਤੁਸੀਂ ਉਹਦੇ ਚ ਕੀ ਦੋਸ਼ ਵੇਖ ਲਿਆ? ਗੁਰੂ ਨਾਨਕ ਸਾਹਿਬ ਵਿੱਚ ਕਿਹੜਾ ਇਹੋ ਜਿਹਾ ਦੋਸ਼ ਵੇਖ ਲਿਆ ਕਿ ਤੁਸੀਂ ਇਹੋ ਜਿਹੇ ਦੋਸ਼ ਗੁਰੂ ਨਾਨਕ ਸਾਹਿਬ ਵਿੱਚ ਆਰੋਪ ਰਹੇ ਹੋ? ਕਿਸੂ ਵਸਤ ਕੀ ਕਮੀ ਨ ਆਜੂ। ਅੱਜ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਘਰ ਵਿੱਚ। ਕੀ ਤੁਹਾਡੀ ਧੀ ਨੂੰ ਘਰ ਵਿੱਚ ਕਿਸੇ ਵਸਤੂ ਦੀ ਕਮੀ ਹੈ? ਕਿਸੇ ਪਦਾਰਥ ਦੀ? ਕੋਈ ਵਸਤੂ ਉਹਦੇ ਘਰ ਰੋਟੀ ਨਹੀਂ ਪੱਕਦੀ, ਜਾਂ ਉਹਨੂੰ ਭੋਜਨ ਨਹੀਂ ਮਿਲਦਾ, ਜਾਂ ਕੋਈ ਪਦਾਰਥ ਨਹੀਂ ਮਿਲਦਾ। ਅੱਜ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਹੈ ਘਰ ਵਿੱਚ। ਦਇਓ ਵਿਧਾਤਾ ਸਰਬ ਸਮਾਜੂ। ਵਿਧਾਤੇ ਨੇ ਸਭ ਕੁਝ ਬਖਸ਼ਿਆ ਹੋਇਆ, ਕਿਸੇ ਵੀ ਚੀਜ਼ ਦੀ ਕਮੀ ਨਹੀਂ ਸਤਿਗੁਰਾਂ ਦੇ ਘਰ ਵਿੱਚ। ਆਸਨ ਬਸਨ ਭੂਖਨ ਤਨ ਭਾਰੀ। ਅਨੇਕ ਪ੍ਰਕਾਰ ਦੇ ਬਸਤਰ, ਗਹਿਣੇ, ਰਸਤਾਂ ਬਸਤਾਂ, ਖਜ਼ਾਨੇ ਭਰੇ ਰਹਿੰਦੇ ਨੇ ਸੁਲੱਖਣੀ ਦੇ। ਖਰਚਹਿ ਖਾਵੈ ਸੁਤਾ ਤੁਮਾਰੀ। ਤੁਹਾਡੀ ਧੀ ਰਾਣੀ ਆਪਣੀ ਮਰਜ਼ੀ ਨਾਲ ਖਰਚਦੀ ਹੈ, ਮਰਜ਼ੀ ਨਾਲ ਵਰਤਦੀ ਹੈ, ਉਹਨੂੰ ਕੋਈ ਕਿਸੇ ਪ੍ਰਕਾਰ ਦੀ ਘਰ ਵਿੱਚ ਤੰਗੀ ਨਹੀਂ। ਚਾਹੇ ਵਸਤ ਕੋ ਕਾਜ ਜੋ ਊਰਾ। ਹਾਂ, ਜੇ ਕਿਸੇ ਕੰਮ ਦੇ ਵਿੱਚ ਕੋਈ ਘਰ ਅਧੂਰਾਪਨ ਹੈ ਉੱਚ ਰਹੋ ਆਪ ਕਰੋ ਮੈਂ ਪੂਰਾ। ਤੇ ਦੱਸੋ ਬਾਬਾ ਮੂਲ ਚੰਦ ਜੀ, ਕਿਹੜੀ ਵਸਤੂ ਘਰ 'ਚ ਨਹੀਂ, ਮੈਂ ਉਹ ਪੂਰੀ ਕਰ ਦਿੰਦਾ। ਸੁਲੱਖਣੀ ਨੂੰ ਕਿਹੜੀ ਚੀਜ਼ ਘਰ 'ਚ ਨਹੀਂ ਮਿਲਦੀ, ਕਿਹੜਾ ਪਦਾਰਥ ਨਹੀਂ ਮਿਲਦਾ? ਜੋ ਨਹੀਂ ਮਿਲਦੀ ਕੋਈ ਵਸਤੂ, ਜੇ ਕੋਈ ਕੰਮ ਅਧੂਰਾ ਹੈ ਘਰ ਦੇ ਵਿੱਚ, ਤਾਂ ਉਹ ਮੈਨੂੰ ਦੱਸੋ, ਮੈਂ ਹੁਣੇ ਪੂਰਾ ਕਰਦਾ ਹਾਂ। ਮਧੁਰ ਬਿਨੈ ਪ੍ਰਸ਼ੰਸਾ ਸਾਲੀ। ਕਹਿੰਦੇ ਏਦਾਂ ਮਧੁਰ ਪਿਆਰੇ ਬੋਲ ਭਾਈਏ ਜੈ ਰਾਮ ਜੀ ਨੇ ਬੋਲੇ। ਸੁਨ ਮੂਲਾ ਭਾ ਸੀਤਲ ਚਾਲੀ। ਜਦੋਂ ਮੂਲ ਚੰਦ ਜੀ ਨੇ ਸੁਣਿਆ ਵੀ ਕਮੀ ਤਾਂ ਘਰ ਹੈ ਨਹੀਂ ਕੋਈ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਸੁਲੱਖਣੀ ਮਨ ਭਾਉਂਦਾ ਖਾਂਦੀ ਹੈ, ਮਨ ਭਾਉਂਦਾ ਪਹਿਨਦੀ ਹੈ, ਕੋਈ ਘਰ ਵਿੱਚ ਪਦਾਰਥ ਦੀ ਕਮੀ ਨਹੀਂ ਹੈ। ਫਿਰ ਭਾਈਏ ਜੈ ਰਾਮ ਜੀ ਨੇ ਬੜੇ ਪ੍ਰੇਮ ਨਾਲ ਬਚਨ ਕਹੇ ਨੇ, ਜਿਨ੍ਹਾਂ ਨੂੰ ਸੁਣ ਕੇ ਬਾਬੇ ਮੂਲ ਚੰਦ ਜੀ ਦਾ ਹਿਰਦਾ ਸ਼ਾਂਤ ਹੋਇਆ। ਹੁਤੋ ਕ੍ਰੋਧ ਮਨ ਪਾਵਕ ਜੈਸੇ। ਕਹਿੰਦੇ ਮਨ ਵਿੱਚ ਕ੍ਰੋਧ ਦੀ ਅੱਗ ਬਲ ਰਹੀ ਸੀ ਬਾਬੇ ਮੂਲ ਚੰਦ ਦੇ। ਬਚਨ ਜੈ ਰਾਮ ਮਿਲੇ ਜਲ ਤੈਸੇ। ਭਾਈਏ ਜੈ ਰਾਮ ਦੇ ਕਹੇ ਹੋਏ ਬਚਨ ਪਾਣੀ ਦਾ ਤਰੋਂਕਾ ਬਣ ਕੇ ਕੰਮ ਕਰ ਗਏ। ਜਿਵੇਂ ਅੱਗ ਦੇ ਉੱਤੇ ਪਾਣੀ ਪੈ ਜੇ ਅੱਗ ਬੁਝ ਜਾਂਦੀ ਹੈ ਨਾ, ਏਦਾਂ ਬਾਬੇ ਮੂਲ ਚੰਦ ਦਾ ਹਿਰਦਾ ਬੜਾ ਕ੍ਰੋਧ ਵਿੱਚ ਸੜ ਰਿਹਾ ਸੀ। ਤੇ ਭਾਈਏ ਜੈ ਰਾਮ ਦੇ ਅੰਮ੍ਰਿਤ ਰੂਪੀ ਬਚਨ ਸੁਣ ਕੇ ਇਹਨਾਂ ਦਾ ਬਲਦਾ ਸੜਦਾ ਹਿਰਦਾ ਠੰਡਾ ਹੋ ਗਿਆ। ਕਮਲ ਨੈਣ ਮੁਖ ਤੂਸ਼ਨ ਰਾਖੀ। ਕਮਲ ਨੈਣ ਗੁਰੂ ਨਾਨਕ ਸਾਹਿਬ ਕੋਲ ਬੈਠੇ ਨੇ, ਉਹ ਨਹੀਂ ਕੁਝ ਬੋਲੇ। ਵੇਖੋ ਮੇਰੇ ਸਾਹਿਬ ਸਨਮਾਨ ਕਰਦੇ ਨੇ। ਜੇ ਆਪਣੇ ਪਿਤਾ ਦਾ ਸਨਮਾਨ ਕਰਦੇ ਨੇ ਤਾਂ ਆਪਣੀ ਧਰਮ ਸੁਪਤਨੀ ਮਾਤਾ ਸੁਲੱਖਣੀ ਦੇ ਪਿਤਾ ਦਾ ਵੀ ਸਨਮਾਨ ਕਰਦੇ ਨੇ, ਵੀ ਪਿਤਾ ਰੂਪ ਨੇ, ਮਰਿਆਦਾ ਪੁਰਸ਼ੋਤਮ ਨੇ ਸਤਿਗੁਰੂ। ਨਹੀਂ ਤਾਂ ਜਿਵੇਂ ਬਾਬਾ ਮੂਲ ਚੰਦ ਜੀ ਆ ਕੇ ਬੋਲੇ ਸਨ, ਸਤਿਗੁਰੂ ਜੀ ਜਵਾਈ ਨੇ, ਕੋਈ ਵੀ ਜਵਾਬ ਦੇ ਸਕਦੇ ਸੀ। ਨਹੀਂ ਸੁਣਦੇ ਜਵਾਈ ਭਾਈ ਆਪਣੇ ਸਹੁਰਿਆਂ ਦੇ ਬੋਲ ਨਹੀਂ ਸੁਣਦੇ, ਪਰ ਸਤਿਗੁਰੂ ਜੀ ਜਾਣਦੇ ਸਨ ਮਰਿਆਦਾ ਕੀ ਹੈ। ਪਾਤਸ਼ਾਹ ਨਹੀਂ ਕੁਝ ਬੋਲੇ, ਭਾਈਆ ਜੈ ਰਾਮ ਜੀ ਨੇ ਜਵਾਬ ਦਿੱਤੇ। ਗੁਰਦੇਵ ਜੀ ਕੋਲ ਹੀ ਬੈਠੇ ਸਨ। ਜਾਨ ਜਨਕ ਸਮ ਗਿਰਾ ਨਾ ਪਾਖੀ। ਇਹ ਜਾਣ ਕੇ ਵੀ ਜਿਵੇਂ ਸਾਡੇ ਪਿਤਾ ਜੀ ਨੇ ਉਵੇਂ ਇਹ ਨੇ, ਜਿਵੇਂ ਮਹਿਤਾ ਕਾਲੂ ਜੀ ਨੇ ਉਦਾਂ ਹੀ ਬਾਬਾ ਮੂਲ ਚੰਦ ਸਾਹਿਬ ਨੇ। ਕੋਈ ਫਰਕ ਥੋੜੀ ਹੈ, ਕੋਈ ਭੇਦ ਤਾਂ ਨਹੀਂ ਹੈ। ਇਹ ਵੀ ਸਾਡੇ ਪਿਤਾ ਦੇ ਸਮਾਨ ਹਨ। ਇਕ ਨਿਸ ਬਸ ਕਰ ਸੁਤਾ ਆਵਾਸਾ। ਤੋ ਬਾਬਾ ਮੂਲ ਚੰਦ ਜੀ ਇੱਕ ਰਾਤ ਇੱਥੇ ਰਹੇ, ਮਾਤਾ ਸੁਲੱਖਣੀ ਕੋਲ ਇੱਕ ਰਾਤ ਰਹਿ ਕੇ ਅਗਲੇ ਦਿਨ ਦਈ ਧੀਰ ਕਹਿ ਕਰ ਸੁਖ ਰਾਸਾ। ਧੀਰਜ ਦੇ ਕੇ, ਕੋਈ ਨਹੀਂ ਬੇਟਾ ਸੁਲੱਖਣੀ, ਤੈਨੂੰ ਘਰ 'ਚ ਕੋਈ ਕਮੀ ਨਹੀਂ। ਹਲੇ ਤੂੰ ਨਵੀਂ ਨਵੀਂ ਵਿਆਹਤਾ ਹੋ ਕੇ ਆਈ ਹੈ, ਸਹਿਜੇ ਸਹਿਜੇ ਤੇਰਾ ਮਨ ਇੱਥੇ ਲੱਗ ਜਾਏਗਾ, ਇੱਥੋਂ ਦੇ ਮੁਤਾਬਕ ਤੂੰ ਢਲ ਜਾਏਂਗੀ। ਏਦਾਂ ਬਾਬਾ ਮੂਲ ਚੰਦ ਜੀ ਹੌਸਲਾ ਦੇ ਕੇ ਮਾਤਾ ਸੁਲੱਖਣੀ ਜੀ ਨੂੰ ਪੁਨ ਗਮਨਿਓ ਨਿਜ ਨਗਰ ਮਝਾਰਾ। ਆਪਣੇ ਨਗਰ ਬਟਾਲੇ ਨੂੰ ਬਾਬਾ ਜੀ ਵਾਪਸ ਚੱਲ ਪਏ। ਸਭ ਬ੍ਰਿਤਾਂਤ ਢਿਗ ਪਤਿ ਨ ਉਚਾਰਾ। ਤੇ ਜਾ ਕੇ ਬਾਬੇ ਮੂਲ ਚੰਦ ਨੇ, ਸੁਭਾਵਕ ਸੀ ਪਰਿਵਾਰ ਨਾਲ ਗੱਲ ਤਾਂ ਕਰਨੀ ਸੀ, ਪੁੱਛਿਆ ਮਾਤਾ ਚੰਦੋ ਰਾਣੀ ਨੇ। ਮਾਤਾ ਸੁਲੱਖਣੀ ਦੀ ਮਾਤਾ ਦਾ ਨਾਂ ਸੀ ਚੰਦੋ ਰਾਣੀ। ਜਦੋਂ ਚੰਦੋ ਰਾਣੀ ਨੇ ਵੇਖਿਆ ਵੀ ਪਤੀ ਦੇਵ ਜੀ ਆਏ ਨੇ, ਜਲ ਦਾ ਗਲਾਸ ਫੜਾ ਕੇ ਪੁੱਛਣ ਲੱਗ ਗਈ, ਪਤੀ ਦੇਵ ਜੀ ਮੇਰੀ ਧੀ ਰਾਣੀ ਦਾ ਕੀ ਹਾਲ ਚਾਲ ਹੈ?
ਤੋ ਬਾਬੇ ਮੂਲ ਚੰਦ ਨੇ ਫਿਰ ਸਾਰੀ ਵਾਰਤਾ ਚੰਦੋ ਰਾਣੀ ਨੂੰ ਦੱਸੀ। ਕੇਤਿਕ ਦਿਓਸ ਬੀਤੀਤੇ ਜਬ ਹੀ। ਇਹ ਸੁਣ ਕੇ ਚੰਦੋ ਰਾਣੀ ਦਾ ਮਨ ਕੁਝ ਦੁਖੀ ਵੀ ਹੋਇਆ। ਕੁਝ ਕੁ ਦਿਨ ਇਸੇ ਤਰ੍ਹਾਂ ਬੀਤ ਗਏ। ਆਈ ਚੰਦੋ ਰਾਣੀ ਤਬ ਹੀ। ਤੋ ਮਾਤਾ ਚੰਦੋ ਰਾਣੀ ਕਹਿਣ ਲੱਗੀ ਬਾਬੇ ਮੂਲ ਚੰਦ ਨੂੰ ਵੀ ਮੈਂ ਆਪਣੀ ਧੀ ਨੂੰ ਮਿਲਣ ਚੱਲੀ। ਤੋ ਮਾਤਾ ਚੰਦੋ ਰਾਣੀ ਜੀ ਬਟਾਲਿਓਂ ਚੱਲੇ। ਚੱਲ ਕੇ ਸੁਲਤਾਨਪੁਰ ਸਾਹਿਬ ਆਏ। ਮਿਲੀ ਸੁਤਾ ਸੋਨੇ ਹੋ ਕਨੇਰਾ। ਸੁਲਤਾਨਪੁਰ ਆ ਕੇ ਆਪਣੀ ਧੀ ਰਾਣੀ ਸੁਲੱਖਣੀ ਨੂੰ ਮਿਲੇ ਤੇ ਬੜਾ ਨੇਹ ਕੀਤਾ। ਰੋਦਨ ਕਰਤ ਨੈਣ ਜਲ ਗੇਰਾ। ਮਾਤਾ ਸੁਲੱਖਣੀ ਨੇ ਜਦੋਂ ਆਪਣੀ ਮਾਂ ਨੂੰ ਵੇਖਿਆ ਤੇ ਨੇਤਰ ਭਰ ਆਏ। ਅੱਖਾਂ ਵਿੱਚੋਂ ਮਾਤਾ ਸੁਲੱਖਣੀ ਦੇ ਨੀਰ ਵਹਿਣ ਲੱਗਾ। ਬੋਲਤ ਬਚਨ ਹੈ ਹੋਏ ਦੁਖਾਰੀ। ਔਰ ਆਪਣੇ ਮਨ ਦਾ ਦੁੱਖ, ਆਪਣੇ ਮਨ ਦੀ ਵੇਦਨ ਮਾਤਾ ਸੁਲੱਖਣੀ ਨੇ ਆਪਣੀ ਮਾਂ ਚੰਦੋ ਰਾਣੀ ਨੂੰ ਦੱਸੇ। ਹੇ ਬਿਦ ਕਿਉ ਸਿਰਜੀ ਜਗ ਨਾਰੀ। ਤੇ ਅੱਗੋਂ ਮਾਤਾ ਚੰਦੋ ਰਾਣੀ ਵੀ ਕਹਿੰਦੀ ਵਾਹਿਗੁਰੂ, ਜਦੋਂ ਦੁੱਖ ਸੁਣਿਆ ਨਾ ਮਾਤਾ ਸੁਲੱਖਣੀ ਨੇ ਆਪਣੀ ਪੀੜਾ ਦੱਸੀ। ਤੋ ਮਾਤਾ ਚੰਦੋ ਰਾਣੀ ਜੀ ਕਹਿੰਦੇ ਹੇ ਵਾਹਿਗੁਰੂ, ਤੂੰ ਹੇ ਪਰਮੇਸ਼ਰ, ਤੂੰ ਇਸਤਰੀਆਂ ਬਣਾਈਆਂ ਕਾਹਨੂੰ ਨੇ? ਤੂੰ ਨਾਰੀਆਂ ਦੀ ਸਿਰਜਣਾ ਕੀਤੀ ਕਿਉਂ ਐ? ਪਰਾਧੀਨ ਨਿਤ ਦੁਸ ਹੈ ਕਲੇਸ਼ਾ। ਕੀ ਇਹ ਨਾਰੀ ਸਾਰੀ ਜ਼ਿੰਦਗੀ ਪਰਾਧੀਨ ਹੋ ਕੇ ਹੀ ਦੁੱਖ ਭੋਗੇਗੀ? ਵੀ ਪਹਿਲਾਂ ਜਨਮ ਲੈਂਦਿਆਂ ਮਾਂ ਪਿਓ ਦੇ ਅਧੀਨ, ਵਿਆਹਣ ਤੋਂ ਬਾਅਦ ਆਪਣੇ ਪਤੀ ਦੇ ਅਧੀਨ ਹੋ ਕੇ ਦੁੱਖ ਭੋਗਦੀ ਹੈ। ਤੂੰ ਨਾਰੀ ਸਿਰਜੀ ਕਿਉਂ? ਲਾਂਭਾ ਦਿੱਤਾ ਮਾਤਾ ਚੰਦੋ ਰਾਣੀ ਨੇ ਕਿ ਨਾਰੀ ਹਮੇਸ਼ਾ ਪਰਾਧੀਨਤਾ ਦੇ ਦੁੱਖ ਨੂੰ ਚੱਲੇਗੀ। ਲੈ ਕਰ ਜਨਮਤ ਸਭ ਹੈ ਅੰਦੇਸ਼ਾ। ਤੇ ਇਹ ਸਾਰੇ ਅੰਦੇਸੇ ਡਰ ਲੈ ਕੇ ਇੱਕ ਔਰਤ ਦਾ ਜਨਮ ਹੁੰਦਾ ਹੈ। ਬੈਸ ਸੁਲੱਖਣੀ ਕਰ ਔਰ ਧੀਰਾ। ਤੋ ਮਾਤਾ ਸੁਲੱਖਣੀ ਨੂੰ ਧੀਰਜ ਵੀ ਦਿੰਦੀ ਚੰਦੋ ਰਾਣੀ। ਹਾਂਜੀ, ਕਹਿਣ ਲੱਗੀ ਨਿਜ ਦੁਖ ਗੰਭੀਰਾ। ਮਾਤਾ ਸੁਲੱਖਣੀ ਜੀ ਆਪਣਾ ਦੁੱਖ ਦੱਸਣ ਲੱਗੇ। ਮਾਤਾ ਚੰਦੋ ਰਾਣੀ ਨੂੰ ਨਹੀਂ ਪਤਾ ਕਿ ਤੁਹਾਡੀ ਧੀ ਰਾਣੀ ਜਿਸ ਸਾਹਿਬ ਦੇ ਅਧੀਨ ਹੈ, ਉਹ ਸਾਹਿਬ ਦੇ ਅਧੀਨ ਪੂਰਾ ਸੰਸਾਰ, ਪੂਰਾ ਵਿਸ਼ਵ ਹੈ। ਔਰ ਇਹ ਅਧੀਨਗੀ ਉਹ ਅਧੀਨਗੀ ਨਹੀਂ ਜਿਹਦੇ ਚ ਸੁੱਖ ਨਹੀਂ ਹੈ। ਇਹ ਸਾਹਿਬ ਦੀ ਅਧੀਨਗੀ ਹੈ ਜਿਸ ਅਧੀਨਗੀ ਵਿੱਚ ਪਰਮ ਆਨੰਦ ਤੇ ਖੇੜਾ ਵਰਤਦਾ ਹੈ। ਆਮ ਕਰਕੇ ਕਿਸੇ ਦੀ ਅਧੀਨਗੀ 'ਚ ਸੁੱਖ ਨਹੀਂ ਹੁੰਦਾ, ਪਰ ਸਿੱਖ ਦਾ ਆਪਣੇ ਗੁਰੂ ਦੇ ਅਧੀਨ ਹੋ ਕੇ ਵਰਤਣਾ ਸੁਖਦਾਈ ਹੁੰਦਾ ਹੈ। ਉਹਦੇ 'ਚ ਆਨੰਦ ਹੁੰਦਾ, ਖੇੜਾ ਹੁੰਦਾ। ਖੈਰ, ਉਹ ਦੁਨਿਆਵੀ ਬਿਰਤੀ ਦੇ ਮੁਤਾਬਕ ਜਿਵੇਂ ਸਮਾਜ ਦੀ ਖੇਡ ਹੁੰਦੀ ਆ ਉਦਾਂ ਚੱਲ ਰਹੇ ਸੀ। ਤੋ ਮਾਤਾ ਸੁਲੱਖਣੀ ਨੇ ਆਪਣੇ ਮਨ ਦਾ ਦੁੱਖ ਆਪਣੀ ਮਾਂ ਨੂੰ ਦੱਸਿਆ। ਸੁਨੋ ਮਾਤ ਪਤ ਕੀ ਵਿਪਰੀਤਾ। ਕਹਿਣ ਲੱਗੀ ਮਾਂ ਸੁਣ, ਮੇਰਾ ਪਤੀ ਕਿਹੋ ਜਿਹੇ ਵਿਪਰੀਤ ਸੁਭਾਅ ਵਾਲਾ ਹੈ। ਵਿਪਰੀਤ ਕਹਿੰਦੇ ਨੇ ਉਲਟ ਸੁਭਾਅ ਵਾਲਾ। ਉਹ ਸੁਣ, ਦਰਬ ਸਰਬ ਬਾਦਹਿ ਖੁਐਰੀ ਨੀਤਾ। ਸਭ ਤੋਂ ਵੱਡਾ ਦੁੱਖ ਜਿਹੜਾ ਪਿਤਾ ਮਹਿਤਾ ਕਾਲੂ ਜੀ ਨੂੰ ਸੀ ਨਾ, ਉਹ ਮਾਤਾ ਸੁਲੱਖਣੀ ਨੂੰ ਵੀ ਹੈ, ਉਹ ਮਾਤਾ ਚੰਦੋ ਰਾਣੀ ਨੂੰ ਵੀ ਹੈ, ਤੇ ਉਹ ਬਾਬੇ ਮੂਲ ਚੰਦ ਨੂੰ ਵੀ ਹੈ। ਮਾਤਾ ਸੁਲੱਖਣੀ ਕਹਿੰਦੀ ਹੈ ਮਾਤਾ ਆਪਣੀ ਮਾਤਾ ਚੰਦੋ ਰਾਣੀ ਨੂੰ, ਮਾਂ ਮੇਰੇ ਪਤੀ ਦੇਵ ਜੀ ਕੋਲ ਧਨ ਬਹੁਤ ਆਉਂਦਾ, ਪਰ ਜਿੰਨਾ ਧਨ ਆਉਂਦਾ ਉਹ ਸਾਰਾ ਧਨ ਵਿਅਰਥ ਗਵਾ ਦਿੰਦੇ ਆ, ਫਜ਼ੂਲ ਗਵਾ ਦਿੰਦੇ ਨੇ। ਕਬ ਕਬ ਸਦਨ ਹੈ ਬਦਨ ਦਿਖਾਵਾ। ਘਰ ਨਹੀਂ ਆਉਂਦੇ ਕਈ ਕਈ ਦਿਨ, ਤੇ ਕਈ ਕਈ ਦਿਨਾਂ ਬਾਅਦ ਆ ਕੇ ਘਰ ਆਪਣਾ ਚਿਹਰਾ ਵਿਖਾਉਂਦੇ ਨੇ। ਆਪਨ ਪਰ ਦਿਨ ਰਹਿਣ ਬਿਤਾਵਾ। ਰਾਤ ਦਿਨ ਮੋਦੀ ਖਾਨੇ 'ਚ ਹੀ ਰਹਿੰਦੇ ਨੇ, ਤੇ ਮੋਦੀ ਖਾਨੇ 'ਚ ਉਹਨਾਂ ਦੇ ਦਿਨ ਰਾਤ ਦਾ ਸਮਾਂ ਬੀਤਦਾ। ਗ੍ਰਸਤੀ ਰੀਤ ਨਾ ਤਾਂ ਮੈਂ ਏਕਾ। ਉਹਨਾਂ ਵਿੱਚ ਗ੍ਰਸਤੀਆਂ ਦੀ ਇੱਕ ਵੀ ਰੀਤੀ ਨਹੀਂ। ਜਿਵੇਂ ਆਮ ਗ੍ਰਸਤੀ ਘਰਾਂ ਵਿੱਚ ਆਉਂਦੇ ਆ, ਪਰਿਵਾਰਾਂ ਵਿੱਚ ਬਹਿੰਦੇ ਆ, ਏਦਾਂ ਦੀ ਉਹਨਾਂ ਦੀ ਕੋਈ ਰੀਤ ਨਹੀਂ। ਧਨ ਮੰਚਨ ਤੇ ਆਦ ਅਨੇਕਾ। ਗ੍ਰਸਤੀ ਪੈਸਾ ਇਕੱਠਾ ਕਰਨ ਦੀ ਬਿਰਤੀ ਰੱਖਦੇ ਨੇ, ਧਨ ਜੋੜਦੇ ਨੇ, ਸਾਰਾ ਦਿਨ ਦੁਕਾਨਾਂ ਵਿੱਚ ਕੰਮ ਕਰਨ ਤੋਂ ਬਾਅਦ ਲਿਆ ਕੇ ਪੈਸੇ ਘਰ ਵਾਲੀ ਨੂੰ ਫੜਾਉਂਦੇ ਵੀ ਭਾਗਵਾਨ ਨੇ ਸਾਂਭ ਲੈ। ਪਰ ਇੱਥੇ ਤਾਂ ਹੈ ਹੀ ਨਹੀਂ, ਕੁਝ ਮਿਲਦਾ ਹੀ ਨਹੀਂ। ਘਰ ਲਿਆਉਣ ਤਾਂ ਹੀ ਤਾਂ ਆਉਂਦੇ ਹੀ ਨਹੀਂ। ਪਹਿਲੀ ਗੱਲ ਤਾਂ ਕਈ ਕਈ ਦਿਨ ਨਹੀਂ ਆਉਂਦੇ।
ਆ ਜਾਣ ਤੇ ਬੁਲਾਉਂਦੇ ਨਹੀਂ, ਆਪਣੀ ਮਸਤੀ 'ਚ ਰਹਿੰਦੇ ਹਨ। ਸੁਨਤ ਸੁਤਾ ਬਚ ਚੰਦੋ ਰਾਣੀ, ਜਦੋਂ ਮਾਤਾ ਚੰਦੋ ਰਾਣੀ ਨੇ ਮਾਤਾ ਸੁਲੱਖਣੀ ਦੀ ਇਹ ਗੱਲ ਸੁਣੀ, ਭਈ ਕ੍ਰੋਧ ਤੇ ਮਤ ਗਲਤਾਨੀ। ਮਾਤਾ ਚੰਦੋ ਰਾਣੀ ਗੁੱਸੇ 'ਚ ਭਰ ਗਈ, ਮਨ 'ਚ ਬੜਾ ਡਾਢਾ ਗੁੱਸਾ ਆਇਆ। ਗਵਨੀ ਸਦਨ ਨਾਨਕੀ ਜਿਹਵਾ, ਹੁਣ ਜ਼ੋਰ ਕਿੱਥੇ ਚਲਾਣਾ ਸੀ? ਬੇਬੇ ਨਾਨਕੀ ਤੇ ਨਨਾਣ ਹੈ ਇਹਦੀ, ਇੱਥੇ ਰਹਿੰਦੀ, ਉਹਦਾ ਬਚਨ ਮੰਨਦੇ ਆ ਗੁਰੂ ਨਾਨਕ ਸਾਹਿਬ। ਤੋਂ ਮਾਤਾ ਚੰਦੋ ਰਾਣੀ ਗਈ ਬੇਬੇ ਨਾਨਕੀ ਨੂੰ ਲਾਂਭਾ ਦੇਣ, ਬੜੀ ਗੁੱਸੇ ਵਿੱਚ, ਬੜੇ ਕ੍ਰੋਧ ਵਿੱਚ ਗਲਤ ਹੋ ਕੇ ਕੁਸ਼ਲ ਪ੍ਰਸ਼ਨ ਕਰ ਬੈਸੀ ਤਹਿਵਾ। ਜਾ ਕੇ ਬੇਬੇ ਨਾਨਕੀ ਨੂੰ ਪਹਿਲਾਂ ਨਮਸਕਾਰ ਕਰਕੇ ਬਹਿ ਗਈ, ਰਾਜੀ ਖੁਸ਼ੀ ਸੁਨੇਹਾ ਸੁਖ ਸ਼ਾਂਤੀ ਦਾ ਉਹ ਪੁੱਛਿਆ। ਕ੍ਰੋਧ ਕੀਏ ਪੁਨ ਬੋਲੀ ਬੈਨਾ, ਉਹ ਤਾਂ ਹੁਣ ਉੱਤੋਂ ਪੁੱਛਣਾ ਹੀ ਸੀ, ਅਸਲੀ ਗੱਲ ਜਿਹੜੀ ਸੀ ਉਹ ਹੁਣ ਫੁੱਟੀ। ਗੁੱਸੇ ਵਿੱਚ ਆ ਕੇ ਮਾਤਾ ਚੰਦੋ ਰਾਣੀ ਬੋਲੀ, ਤੁਮ ਔਰ ਡਰ ਪਰਮੇਸ਼ੁਰ ਹੈ ਨਾ। ਨਾਨਕੀ ਮੈਨੂੰ ਇਹ ਦੱਸ ਵੀ ਤੇਰੇ ਅੰਦਰ ਕੋਈ ਰੱਬ ਦਾ ਡਰ ਭੈ ਹੈ ਕਿ ਨਹੀਂ? ਮਾਤਾ ਚੰਦੋ ਰਾਣੀ ਕਹਿੰਦੀ, ਬੜਾ ਵੱਡਾ ਉਲਾਂਭੇ ਦਾ ਬੋਲ, ਨਾਨਕੀ ਕੋਈ ਰੱਬ ਦਾ ਖੌਫ ਹੈ ਤੁਹਾਨੂੰ? ਕਿ ਤੁਸੀਂ ਕੋਈ ਰੱਬ ਦਾ ਭੈ ਡਰ ਮੰਨਦੇ ਹੋ ਕਿ ਨਹੀਂ ਮੰਨਦੇ? ਕਿਸ ਪ੍ਰਕਾਰ ਕੋ ਠਾਨਿਓ ਮਤਾ, ਤੁਸੀਂ ਇਹ ਕਿਹੋ ਜਿਹਾ ਮਤਾ ਧਾਰਨ ਕੀਤਾ ਹੋਇਆ? ਕਿੱਦਾਂ ਦਾ ਤੁਹਾਡਾ ਸੁਭਾਅ ਹੈ? ਦਾਸੀ ਜਿਉ ਰਾਖੀ ਮਮ ਸੁਤਾ, ਮੇਰੀ ਧੀ ਮੇਰੇ ਘਰ 'ਚ ਰਾਣੀਆਂ ਵਾਂਗੂ ਰਹਿੰਦੀ ਸੀ, ਤੇ ਮੈਂ ਤੁਹਾਡੇ ਘਰ ਟੋਰਿਆ ਤੇ ਉਹਨੂੰ ਆਪਣੇ ਘਰ 'ਚ ਤੁਸੀਂ ਨੌਕਰ ਰਾਣੀ ਬਣਾ ਕੇ ਰੱਖਿਆ। ਦਾਸੀਆਂ ਵਾਂਗੂ ਇੱਥੇ ਰਹਿੰਦੀ ਐ। ਨਿਜ ਭਰਾਤਾ ਕੋ ਨਹਿ ਸਮਝਾਵਹਿ, ਤੂੰ ਆਪਣੇ ਵੀਰ ਨੂੰ ਸਮਝਾਉਂਦੀ ਨਹੀਂ? ਤੂੰ ਆਪਣੇ ਵੀਰ ਨਾਨਕ ਨੂੰ ਕੁਝ ਮਤ ਨਹੀਂ ਦਿੰਦੀ? ਸਰਬ ਦਰਬ ਕੋ ਵਹਿਰ ਲੁਟਾਵਹਿ, ਉਹ ਸਾਰਾ ਪੈਸਾ ਬਾਹਰ ਲੁਟਾਈ ਜਾਂਦਾ, ਮੋਦੀ ਖਾਨੇ ਦੀ ਜਿੰਨੀ ਆਮਦਨ ਹੈ। ਤੁਮਰੇ ਸਰਸ ਨਾ ਹਿਰਦੈ ਕੋਈ, ਹਾਂ, ਤੇਰੇ ਵਰਗਾ ਨਹੀਂ ਹੋਣਾ ਨਾਨਕੀ ਕੋਈ, ਜਿਹੋ ਜਿਹਾ ਤੇਰਾ ਹਿਰਦਾ ਨਾ ਕਠੋਰ। ਨਾਨਕੀ ਤੇਰੇ ਵਰਗੇ ਕਠੋਰ ਹਿਰਦੇ ਵਾਲੀ ਕੋਈ ਦੂਜੀ ਔਰਤ ਨਹੀਂ ਹੋਣੀ। ਜਿਹਠਾ ਦੁਖੀ ਸੁਤਾ ਮਮ ਹੋਈ, ਤੇ ਤੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਧੀ ਦੁਖੀ ਰਹਿੰਦੀ ਹੈ ਤੇ ਤੇਰਾ ਮਨ ਪਤੀਜਦਾ ਨਹੀਂ। ਨਾਨਕੀ ਤੇਰੇ ਵਰਗਾ ਕਠੋਰ ਦਿਲ ਵਾਲਾ ਨਹੀਂ ਕੋਈ ਦੂਜਾ ਹੋਣਾ। ਏਦਾਂ ਬੋਲੀ ਚੰਦੋ ਰਾਣੀ। ਨਾਤਾ ਤਬ ਜਰਾਮ ਕਰਵਾਇਆ, ਤੇਰੇ ਪਤੀ ਜੈ ਰਾਮ ਨੇ ਰਿਸ਼ਤਾ ਜੋੜਿਆ ਸੀ, ਉਹਨੇ ਵਿੱਚ ਵਿਚੋਲਾ ਪੈ ਕੇ ਸੰਬੰਧ ਬਣਾਇਆ। ਅਬ ਤੇ ਕੋ ਨਹਿ ਕਿਉਂ ਸਮਝਾਇਆ, ਤੇ ਉਦੋਂ ਜ਼ਿੰਮੇਵਾਰੀ ਤੁਹਾਡੀ ਸੀ, ਹੁਣ ਕਿਉਂ ਨਹੀਂ ਸਮਝਾਉਂਦੇ ਤੁਸੀਂ ਨਾਨਕ ਨੂੰ? ਹੁਣ ਕਿਉਂ ਨਹੀਂ ਉਹਨੂੰ ਸਮਝਾਉਂਦੇ? ਦੋਹਰਾ ਆਨ ਸਦਨ ਸੁਧ ਲੇਤ ਨਹਿ, ਆਨਨ ਕਹੈ ਨ ਬੈਨ। ਘਰ ਨਹੀਂ ਆਉਂਦੇ ਕਈ ਦਿਨ, ਖਬਰ ਨਹੀਂ ਲੈਂਦੇ ਮੇਰੀ ਧੀ ਘਰ 'ਚ ਜਿਉਂਦੀ ਆ ਕਿ ਮਰ ਗਈ ਹੈ। ਜੇ ਆਉਂਦੇ ਨੇ ਕਈ ਦਿਨਾਂ ਬਾਅਦ ਉਹਦੇ ਨਾਲ ਗੱਲ ਤੱਕ ਨਹੀਂ ਕਰਦੇ, ਬੋਲਦੇ ਤੱਕ ਨਹੀਂ। ਦਰਬ ਨ ਰਾਖੈ ਨਿਕਟ ਕਛ, ਹਿਰਦੈ ਵਿਕੇ ਕਛੂ ਭੈ ਨਾ। ਫਿਰ ਪੈਸਾ ਨਹੀਂ ਰੱਖਦੇ ਕੋਈ ਘਰ 'ਚ ਲਿਆ ਕੇ, ਕੋਈ ਪੈਸਾ ਟਕਾ ਉੱਥੇ ਮੋਦੀ ਖਾਨੇ 'ਚ ਜਿੰਨਾ ਆਉਂਦਾ ਹੈ ਉਹ ਘਰ ਨਹੀਂ ਕਦੇ ਲਿਆ ਕੇ ਰੱਖਿਆ, ਬਾਹਰੋਂ ਬਾਹਰ ਹੀ ਲੁਟਾਈ ਜਾਂਦੇ ਨੇ। ਚੌਪਈ ਗਿਰਾ ਨਾਨਕੀ ਸ਼ਰੋਨਨ ਸੁਨੀ, ਜਦੋਂ ਮਾਤਾ ਚੰਦੋ ਰਾਣੀ ਥੋੜਾ ਜਿਹਾ ਗੁੱਸੇ 'ਚ ਬੋਲੀ ਨਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਾਰੇ ਵੀ ਬੋਲੀ, ਤੋ ਬੇਬੇ ਨਾਨਕੀ ਨੇ ਵੀ ਫਿਰ ਜਿਹੜੀ ਭਾਸ਼ਾ 'ਚ ਮਾਤਾ ਚੰਦੋ ਰਾਣੀ ਬੋਲੀ ਨਾ, ਉਹਦੇ ਨਾਲੋਂ ਇੱਕ ਅੱਧੀ ਸੁਰ ਉੱਚੀ ਰੱਖ ਕੇ ਬੇਬੇ ਨਾਨਕੀ ਬੋਲੀ। ਫਿਰ ਸੁਣੋ ਜੀ। 60 ਕਰ ਮਾਨਿਕ ਤਿਉ ਬਿਦ ਗੁਨੀ, ਕਹਿਣ ਲੱਗੀ, ਮਾਸੀ ਕਿਸੇ ਮੂਰਖ ਨੂੰ ਹੀਰਾ ਮਿਲ ਗਿਆ ਤੇ ਉਹਨੂੰ ਉਹਦੀ ਸਾਰ ਦਾ ਨਹੀਂ ਸੀ ਪਤਾ। 60 ਕਹਿੰਦੇ ਨੇ ਮੂਰਖ ਨੂੰ, ਵੀ ਮੂਰਖ ਨੂੰ ਮਾਣਕ ਲੱਭ ਗਿਆ ਪਰ ਉਹਨੂੰ ਉਸ ਮਾਣਕ ਦੀ ਸਾਰ ਦਾ ਨਹੀਂ ਸੀ ਪਤਾ। ਹਾਂਜੀ, ਬੋਲੀ ਮ੍ਰਿਦੁਲ ਮਾਧੁਰੀ ਬਾਨੀ। ਪਹਿਲਾਂ ਇੱਥੋਂ ਸ਼ੁਰੂ ਕਰਕੇ ਫਿਰ ਬੇਬੇ ਨਾਨਕੀ ਨੇ ਹੁਣ ਮਿਠਾਸ ਭਰੀ ਬੋਲੀ ਬੋਲੀ। ਚੰਦੋ ਰਾਣੀ ਨੂੰ ਚੁੱਪ ਕਰਾਣਾ ਸੀ ਨਾ, ਥੋੜਾ ਜਿਹਾ ਉੱਚਾ ਬੋਲ ਕੇ ਚੁੱਪ ਕਰਾ ਕੇ ਫਿਰ ਮੁੜ ਕੇ ਮਿੱਠੀ ਮਿੱਠੀ ਬੋਲੀ ਵਿੱਚ ਬੋਲੇ, ਸੁਨ ਮਾਸੀ ਤੂੰ ਪਰਮ ਸਿਆਣੀ। ਏ ਮਾਸੀ, ਮੇਰੀ ਸਿਆਣੀ ਮਾਸੀ। ਹੁਣ ਬੇਬੇ ਨਾਨਕੀ ਨੂੰ ਉਦਾਂ ਵੀ ਪ੍ਰੇਮ ਨਾਲ ਵੀ ਕਾਬੂ ਕਰਨਾ ਸੀ ਨਾ, ਹੁਣ ਗੁੱਸੇ ਨੂੰ ਗੁੱਸੇ ਨਾਲ ਤਾਂ ਨਹੀਂ ਨਾ ਜਿੱਤਿਆ ਜਾਂਦਾ।
ਪ੍ਰੇਮ ਨਾਲ, ਮਾਸੀ ਤੂੰ ਬੜੀ ਸਿਆਣੀ ਐ, ਕਿਆ ਸਮਝਾਵੋ ਮੈਂ ਪਲ ਬਾਤਾ। ਭਲਾ ਮੈਨੂੰ ਇਹ ਦੱਸ ਵੀ ਮੈਂ ਆਪਣੇ ਵੀਰ ਨੂੰ ਕਿਹੜੀ ਗੱਲ ਸਮਝਾਵਾਂ, ਕਿਹੜੀ ਭਲੀ ਗੱਲ ਸਮਝਾਵਾਂ। ਤੂੰ ਕਹਿੰਦੀ ਆ ਵੀ ਮੈਂ ਆਪਣੇ ਵੀਰ ਨੂੰ ਸਮਝਾਉਂਦੀ ਨਹੀਂ। ਦੱਸ ਖਾਂ ਸਹੀ, ਤੂੰ ਮਾਸੀ ਸਿਆਣੀ ਐ, ਮੈਂ ਉਹਨੂੰ ਕੀ ਸਮਝਾਵਾਂ। ਕੋ ਕਰਮ ਨਹਿ ਕਰਹੀ ਭਰਾਤਾ। ਮੇਰਾ ਵੀਰ ਕੋਈ ਮਾੜਾ ਕੰਮ ਕਰਦਾ ਹੋਵੇ ਤੇ ਮੈਂ ਉਹਨੂੰ ਸਮਝਾਵਾਂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਹੜਾ ਕੋਈ ਮਾੜੇ ਭੈੜੇ ਕੰਮਾਂ 'ਚ ਪਿਆ ਹੋਵੇ ਉਹਨੂੰ ਸਮਝਾਈਦਾ ਨਾ। ਮੇਰਾ ਵੀਰ ਕੋਈ ਕੁਕਰਮ ਕਰਦਾ ਹੋਵੇ ਤੇ ਮੈਂ ਉਹਨੂੰ ਸਮਝਾਵਾਂ। ਤਸ ਕਰ ਸੰਗ ਨ ਕਰਹਿ ਸਤੇਈ। ਮੇਰਾ ਵੀਰ ਕਿਸੇ ਚੋਰ ਨਾਲ ਰਲ ਕੇ ਚੋਰੀ ਤਾਂ ਨਹੀਂ ਕਰਨ ਜਾਂਦਾ ਕਿ ਮੈਂ ਉਹਨੂੰ ਸਮਝਾਵਾਂ ਵੀ ਵੀਰਾ ਤੂੰ ਚੋਰੀ ਨਾ ਕਰਿਆ ਕਰ। ਬੇਬੇ ਨਾਲੇ ਬੜੇ ਪਿਆਰ ਨਾਲ ਗੱਲਾਂ ਕਰਦੀ ਹੈ ਬੇਬੇ, ਬੜਾ ਰੌਸ਼ਨ ਦਿਮਾਗ ਹੈ ਤੇ ਰੌਸ਼ਨ ਦਿਮਾਗ ਵਿੱਚੋਂ ਰੌਸ਼ਨ ਬਾਤਾਂ ਹੀ ਉਚਰੀਆਂ ਜਾਂਦੀਆਂ। ਕਹਿਣ ਲੱਗੀ ਮਾਸੀ ਕੀ ਸਮਝਾਵਾਂ ਆਪਣੇ ਵੀਰ ਨੂੰ, ਕਿਹੜਾ ਕੋਈ ਮਾੜਾ ਭੈੜਾ ਕੰਮ ਕਰਦਾ ਹੈ, ਉਹ ਕਿਸੇ ਚੋਰ ਨਾਲ ਜਾ ਕੇ ਚੋਰੀ ਨਹੀਂ ਕਰਦਾ। ਜੂਪ ਨ ਖੇਲਤ ਸੁਰਾ ਨ ਪੇਈ। ਉਹ ਨਾ ਕਿਸੇ ਨਾਲ ਰਲ ਕੇ ਜੂਆ ਖੇਡਦਾ ਹੈ, ਨਾ ਉਹ ਸ਼ਰਾਬ ਪੀਂਦਾ ਹੈ, ਪਰ ਨਾਰਿਨ ਸੋ ਨਹਿ ਬਿਬਚਾਰੀ। ਨਾ ਉਹ ਵਿਭਚਾਰੀ ਹੈ, ਕੋਈ ਮਾੜਾ ਭੈੜਾ ਚੋਰੀ ਯਾਰੀ ਨਹੀਂ ਕਰਦਾ। ਵਿਸ਼ੈ ਬਾਸ਼ਨਾ ਉਰ ਤੇ ਟਾਰੀ। ਮੇਰੇ ਵੀਰ ਦੇ ਅੰਦਰੋਂ ਵਿਸ਼ਿਆਂ ਦੀਆਂ ਵਾਸ਼ਨਾਵਾਂ ਦੂਰ ਰਹਿੰਦੀਆਂ ਨੇ ਮਾਸੀ, ਉਹਨਾਂ ਦੇ ਨੇੜੇ ਕੋਈ ਵਿਸ਼ੇ ਵਿਕਾਰ ਦੀ ਵਾਸ਼ਨਾ ਨਹੀਂ ਆਉਂਦੀ। ਲੋਭੀ ਕ੍ਰੋਧੀ ਲੰਪਟ ਨਾਹੀ। ਉਹ ਨਾ ਲੋਭੀ ਨੇ, ਉਹ ਨਾ ਕ੍ਰੋਧੀ ਨੇ, ਉਹ ਨਾ ਹੀ ਲਾਲਚੀ ਨੇ। ਸੁਪਨ ਬਿਕਾਰ ਨ ਮਨ ਉਪਜਾਹੀ। ਜਾਗਦਿਆਂ ਤਾਂ ਕੀ ਆਉਣਾ ਕੋਈ ਵਿਕਾਰ, ਸੁਪਨੇ ਵਿੱਚ ਵੀ ਉਹਨਾਂ ਦੇ ਅੰਦਰ ਕਦੇ ਵਿਕਾਰ ਨਹੀਂ ਫੁਰਦਾ। ਸੁਪਨੇ ਵਿੱਚ ਵੀ ਉਹਨਾਂ ਅੰਦਰ ਕਦੇ ਵਿਸ਼ੇ ਵਾਸ਼ਨਾ ਨਹੀਂ ਉਤਪਨ ਹੁੰਦੀ। ਆਸ ਕੋ ਕਰਮ ਮਹਿ ਸੋਦਰ ਹੇਰੋ। ਮੇਰਾ ਵੀਰ ਇਹੋ ਜੇ ਸ਼ੁਭ ਕਰਮਾਂ ਦੇ ਵਿੱਚ ਪ੍ਰਵਿਰਤ ਹੈ। ਤੋ ਸਮਝਾਵਨ ਬਨ ਹੈ ਮੇਰੋ। ਤੇ ਜੇ ਮੇਰਾ ਵੀਰ ਮਾੜੇ ਭੈੜੇ ਕੰਮ ਕਰੇ, ਚੋਰੀ ਯਾਰੀ ਕਰੇ, ਜੂਆ ਖੇਡੇ, ਫਿਰ ਤਾਂ ਮੈਂ ਉਹਨੂੰ ਸਮਝਾਵਾਂ। ਜਦੋਂ ਏਦਾਂ ਦਾ ਕੋਈ ਮਾੜਾ ਭੈੜਾ ਕੰਮ ਉਹ ਕਰਦਾ ਹੀ ਨਹੀਂ ਤੇ ਦੱਸ ਮਾਸੀ ਫਿਰ ਮੈਂ ਉਹਨੂੰ ਕੀ ਸਮਝਾਵਾਂ ਵੀ ਤੂੰ ਗਰੀਬ ਨੂੰ ਵੇਖ ਕੇ ਉਹਨੂੰ ਦਾਨ ਨਾ ਕਰਿਆ ਕਰ, ਕਿਸੇ ਗਰੀਬੜੇ ਨੂੰ ਭੁੱਖੇ ਨੂੰ ਵੇਖ ਕੇ ਉਹਨੂੰ ਰੋਟੀ ਨਾ ਖਵਾਇਆ ਕਰ। ਉਹ ਇਹ ਚੰਗੇ ਕੰਮ ਕਰਦਾ ਤੇ ਮੈਂ ਕਿਵੇਂ ਕਹਾਂ ਵੀ ਤੂੰ ਨਾ ਕਰਿਆ ਕਰ। ਮਾੜਾ ਭੈੜਾ ਕੰਮ ਕੋਈ ਕਰੇ ਤਾਂ ਮੈਂ ਉਹਨੂੰ ਸਮਝਾਵਾਂ। ਭਲੋ ਬਿਲੋ ਕੋ ਤਾਹੇ ਸੁਭਾਉ। ਮੇਰੇ ਵੀਰ ਦਾ ਸੁਭਾਅ ਬੜਾ ਭਲਾ ਹੈ ਮਾਸੀ, ਬੜੇ ਸ੍ਰੇਸ਼ਟ ਸੁਭਾਅ ਦੇ ਉਹ ਮਾਲਕ ਨੇ। ਜਿਹ ਮਹਿ ਰੰਚਕ ਦੋਸ਼ ਨ ਕਾਊ। ਉਹਨਾਂ ਵਿੱਚ ਥੋੜਾ ਜਿੰਨਾ ਵੀ ਦੋਸ਼ ਨਹੀਂ, ਥੋੜਾ ਜਿੰਨਾ ਵੀ ਕਮੀ, ਜਿਵੇਂ ਕਿਣਕਾ ਮਾਤਰ ਵੀ ਦੋਸ਼ ਨਹੀਂ। ਮਹਾ ਸੁਸ਼ੀਲੰ ਕਰੁਣਾ ਖਾਨੀ। ਉਹ ਮਹਾ ਸੁਸ਼ੀਲ ਸੁਭਾਅ ਦੇ ਮਾਲਕ ਕਰੁਣਾ ਦਾ ਰੂਪ ਹਨ। ਅਸਨ ਬਸਨ ਰੰਕਨ ਕੋ ਦਾਨੀ। ਉਹ ਗਰੀਬਾਂ ਨੂੰ ਭੋਜਨ ਤੇ ਖਾਣਾ ਪ੍ਰਦਾਨ ਕਰਦੇ ਨੇ। ਪਰ ਦੁਖ ਪਿਖ ਨਹਿ ਜਾਤ ਸਹਾਰਾ। ਬਸ ਉਹਨਾਂ 'ਚ ਇਹੀ ਇੱਕ ਗੁਣ ਹੈ, ਜਾਂ ਇਦਾਂ ਕਹਿ ਲਈਏ ਜਿਹੜੀ ਤੁਹਾਨੂੰ ਕਮੀ ਲੱਗਦੀ ਹੈ ਨਾ, ਉਹ ਇਹੀ ਹੈ ਕਿ ਉਹ ਕਿਸੇ ਗਰੀਬ ਨੂੰ ਵੇਖ ਕੇ, ਕਿਸੇ ਦੁਖੀ ਦਾ ਦੁੱਖ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ। ਆ ਜ਼ਰੂਰ ਹੈ ਉਹਨਾਂ 'ਚ ਕਮੀ ਕਿ ਕਿਸੇ ਦੁਖੀ ਦਾ ਦੁੱਖ ਵੇਖ ਕੇ ਉਹ ਬਰਦਾਸ਼ਤ ਨਹੀਂ ਕਰਦੇ। ਸੁਖਦਾਨੀ ਜਿਉ ਬ੍ਰਿਖ ਉਪਕਾਰਾ। ਉਹ ਸੁੱਖਾਂ ਦੇ ਦਾਤੇ ਨੇ, ਜਿਵੇਂ ਕੋਈ ਦਰਖਤ ਨਹੀਂ ਹੁੰਦਾ ਪਰਉਪਕਾਰੀ, ਉਹਨੂੰ ਕੋਈ ਕੱਟੇ ਉਹ ਕੱਟਣ ਵਾਲੇ ਨੂੰ ਵੀ ਫਲ ਦਿੰਦਾ, ਪੱਥਰ ਮਾਰਨ ਵਾਲਿਆਂ ਨੂੰ ਵੀ ਫਲ ਬਖਸ਼ਦਾ, ਛਾਂ ਦਿੰਦਾ ਹੈ। ਆਤਪ ਤਪਤੰ ਸਿਰ ਪਰ ਲੇਤਾ। ਉਹ ਦੂਸਰੀ ਜਿਹੜੀ ਧੁੱਪ ਹੈ ਸੂਰਜ ਦੀ ਆਪਣੇ ਸਿਰ ਤੇ ਲੈ ਕੇ ਆਪਣੇ ਕੋਲ ਆਇਆਂ ਨੂੰ ਛਾਂ ਬਖਸ਼ਦਾ ਹੈ। ਕਰ ਛਾਇਆ ਪੰਖੀ ਸੁਖ ਦੇਤਾ। ਔਰ ਛਾਂ ਕਰਕੇ ਪੰਛੀਆਂ ਨੂੰ, ਰਾਹਗੀਰਾਂ ਮੁਸਾਫਰਾਂ ਨੂੰ ਸੁਖ ਦਿੰਦਾ ਹੈ। ਇਉਂ ਕਰਕੇ ਨਿਜ ਹਾਥ ਕਮਾਈ। ਤੇ ਮੇਰਾ ਵੀਰ ਵੀ ਆਪਣੇ ਹੱਥੀਂ ਕਮਾਈ ਕਰਦਾ ਹੈ, ਕਿਰਤ ਵਿਰਤ ਕਰਦਾ ਹੈ। ਸਭ ਸੰਤਨ ਕੋ ਦੇਤ ਖੁਆਈ। ਔਰ ਕਮਾਈ ਕਰਕੇ ਉਹਨੂੰ ਪਰਉਪਕਾਰ ਕਰਦਿਆਂ ਹੋਇਆਂ ਮਹਾਂਪੁਰਸ਼ਾਂ, ਗੁਰਸਿੱਖਾਂ, ਗਰੀਬਾਂ,
ਕੰਗਲਿਆਂ ਨੂੰ ਖਵਾ ਦਿੰਦਾ ਹੈ, ਪਰਉਪਕਾਰ ਕਰਦਾ ਹੈ। ਮਨਹੁ ਭਗਤ ਨਿਜ ਧਰਿਓ ਸਰੂਪਾ। ਮਾਨੋ ਭਗਤੀ ਨਹੀਂ ਆਪਣਾ ਸਵਰੂਪ ਧਾਰਨ ਕੀਤਾ, ਗੁਰੂ ਨਾਨਕ ਰੂਪ ਵਿੱਚ ਆਏ ਨੇ। ਕਿਦੋ ਗਿਆਨ ਤਨ ਕੀਨ ਅਨੂਪਾ। ਜਾਂ ਏਦਾਂ ਕਹਿ ਲੈ ਮਾਸੀ, ਗਿਆਨ ਨੇ ਸਰੂਪ ਬਣਾ ਕੇ ਸੰਸਾਰ ਨੂੰ ਦਰਸ਼ਨ ਦਿੱਤੇ ਹੈ। ਗਿਆਨ ਹੀ ਗੁਰੂ ਨਾਨਕ ਦੇ ਰੂਪ ਵਿੱਚ ਅਵਤਰਤ ਹੋਇਆ। ਜੇ ਕੋ ਨੀਕੇ ਕਰਮਨ ਲਾਗਾ। ਜਿਹੜੇ ਚੰਗੇ ਕਰਮਾਂ ਦੇ ਵਿੱਚ ਲੱਗੇ ਹੋਏ ਨੇ, ਤੇ ਹੋ ਰਹਿ ਸੋ ਹੋਤ ਕੋ ਭਾਗਾ। ਕਹਿੰਦੇ ਕੋਈ ਚੰਗੇ ਕੰਮ ਨੂੰ ਕਰਨ ਵਾਲੇ ਨੂੰ ਕੋਈ ਰੋਕੇ ਨਾ ਵੀ ਨਾ ਕਰ। ਜਿਹੜਾ ਰੋਕਦਾ ਨਾ ਉਹ ਮਾੜਾ ਕਰਦਾ ਹੈ। ਕੋਈ ਚੰਗਾ ਕੰਮ ਕਰ ਰਿਹਾ ਹੋਵੇ ਤੇ ਉਹਨੂੰ ਕੋਈ ਰੋਕੇ, ਉਹਨੂੰ ਬੰਦਾ ਸਮਾਜ ਵਿੱਚ ਲੋਕ ਕਹਿੰਦੇ ਆ ਵੀ ਇਹ ਮਾੜਾ ਬੰਦਾ ਹੈ, ਇਹ ਚੰਗਾ ਕੰਮ ਹੋਣ ਤੋਂ ਵੀ ਰੋਕਦਾ ਹੈ। ਮੈਂ ਕਿਵੇਂ ਕਹਾਂ ਆਪਣੇ ਵੀਰ ਨੂੰ ਕਿ ਵੀਰਾ ਤੂੰ ਭੁੱਖਿਆਂ ਨੂੰ ਰੋਟੀ ਨਾ ਖਵਾਇਆ ਕਰ। ਉਹ ਤਾਂ ਛੋਟੇ ਸੀ, ਪਿਤਾ ਨੇ 20 ਰੁਪਏ ਦਿੱਤੇ ਸਨ। ਵੇਖਿਆ 3 ਦਿਨਾਂ ਦੇ ਭੁੱਖੇ ਸਾਧੂ ਨੇ ਉਹਨਾਂ 20 ਰੁਪਇਆਂ ਦਾ ਭੋਜਨ ਉਹਨਾਂ ਨੂੰ ਛਕਾਏ ਸੀ। ਇੱਥੇ ਤਾਂ ਉਹ ਆਪ ਕਮਾਈ ਕਰਦੇ ਹੈ, ਉਹਨਾਂ ਦਾ ਆਪਣਾ ਧਨ ਹੈ, ਉਹ ਆਪਣੀ ਸਵੈ ਇੱਛਾ ਨਾਲ ਪਰਉਪਕਾਰ ਵਾਸਤੇ ਜੀਵਾਂ ਦਾ ਭਲਾ ਕਰਦੇ ਹੈ। ਮੈਂ ਕਿਵੇਂ ਕਹਾਂ ਕਿ ਵੀਰਾ ਤੂੰ ਇਹ ਚੰਗਾ ਕੰਮ ਨਾ ਕਰਿਆ ਕਰ। ਹਾਂਜੀ, ਧਨ ਭਾਗ ਤੁਮ ਕਰੇ ਬਿਦਾਤਾ। ਚੰਦੋ ਰਾਣੀ ਤੂੰ ਇਹ ਜਾਣ ਮਾਸੀ ਕਿ ਤੇਰੇ ਭਾਗ ਧਨ ਨੇ, ਤੁਹਾਡੇ ਕਰਮ ਚੰਗੇ ਨੇ ਜਿਨ ਕੋ ਐਸੋ ਬਨਿਓ ਜਮਾਤਾ। ਕਿ ਤੁਹਾਨੂੰ ਇਹੋ ਜਿਹਾ ਪਰਮੇਸ਼ਰ ਜਵਾਈ ਦੇ ਰੂਪ ਵਿੱਚ ਮਿਲਿਆ। ਅਨਿਕ ਕੁਲਨ ਕੋ ਕਰਹਿ ਉਧਾਰਾ। ਜਿਸ ਦੇ ਤੁਹਾਡੇ ਨਾਲ ਸੰਬੰਧ ਜੁੜਨ ਨਾਲ ਤੁਹਾਡੀਆਂ ਅਨੇਕ ਕੁੱਲਾਂ ਦਾ ਪਾਰ ਉਤਾਰਾ ਹੋਣਾ। ਸ਼ਾਂਤ ਰੂਪ ਕੀਏ ਨਾਸ਼ ਵਿਕਾਰਾ। ਸ਼ਾਂਤ ਰੂਪ ਨੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਆਪਣੇ ਅੰਦਰੋਂ ਸਾਰੇ ਵਿਕਾਰ ਸ਼ਾਂਤ ਕਰ ਦਿੱਤੇ ਨੇ। ਜਾਂ ਕੇ ਸਰਸ ਉਦਾਰ ਨ ਕੋਊ। ਜਿਨ੍ਹਾਂ ਵਰਗਾ ਉਦਾਰ, ਜਿਨ੍ਹਾਂ ਵਰਗਾ ਖੁੱਲੇ ਦਿਲ ਵਾਲਾ ਦਾਨੀ ਪੂਰੇ ਵਿਸ਼ਵ ਭਰ ਵਿੱਚ ਕੋਈ ਦੂਜਾ ਨਹੀਂ। ਪਸਰਿਓ ਸੋ ਜਸ ਸਰਬ ਦੁਖ ਖੋਊ। ਜਿਨ੍ਹਾਂ ਦਾ ਜਸ ਸਾਰੇ ਸੰਸਾਰ 'ਚ ਪਸਰਿਆ ਹੋਇਆ, ਜਿਹੜੇ ਸੰਸਾਰ ਦੇ ਸਮਸਤ ਜੀਵਾਂ ਦੇ ਦੁੱਖਾਂ ਨੂੰ ਨਿਵਾਰਨ ਵਾਲੇ ਨੇ। ਕਬਹਿ ਨ ਘਾਟਾ ਲੇਖੇ ਆਵਾ। ਵੀ ਇਹ ਮੋਦੀ ਖਾਨੇ ਦਾ ਮੋਦੀ ਸਭ ਕੁਝ ਲੁਟਾਈ ਜਾਂਦਾ। ਦੌਲਤ ਖਾਨ ਨੂੰ ਘਾਟਾ ਪਾਵੇਗਾ, ਪਰ ਜਦੋਂ ਵੀ ਹਿਸਾਬ ਹੋਇਆ ਉਦੋਂ ਹੀ ਮੇਰੇ ਵੀਰ ਦਾ ਵਾਧਾ ਨਿਕਲਿਆ। ਅਨੇਕ ਵਾਰ ਬਾਦੋ ਬਹੁ ਪਾਵਾ। ਅਨੇਕਾਂ ਵੇਰੀ ਇਹ ਹਿਸਾਬ ਕਿਤਾਬ ਹੋਇਆ, ਹਰ ਵੇਰੀ ਵਾਧਾ ਨਿਕਲਦਾ ਰਿਹਾ। ਪੁਨ ਤੁਮ ਭਾਖਤ ਸੁਤਾ ਹਮਾਰੀ। ਫਿਰ ਮਾਸੀ ਤੂੰ ਕਹਿਨੀ ਆ ਵੀ ਜਿਹੜੀ ਤੇਰੀ ਧੀ ਯਾਨੀ ਕਿ ਮੇਰੀ ਭਰਜਾਈ ਸੁਲੱਖਣੀ ਐ, ਸਰਬ ਬਾਤ ਤੇ ਰਹਿਤ ਦੁਖਾਰੀ। ਵੀ ਉਹ ਸਰਬ ਗੱਲਾਂ ਕਰਕੇ ਦੁਖੀ ਐ। ਤੂੰ ਕਹਿਨੀ ਐ ਕਿ ਤੇਰੀ ਧੀ ਇੱਥੇ ਸਰਬ ਗੱਲਾਂ ਕਰਕੇ ਦੁਖੀ ਐ। ਕਹੀਏ ਕੌਣ ਪਦਾਰਥ ਹੀਨੀ। ਮਾਸੀ ਮੈਨੂੰ ਇਹ ਦੱਸ ਵੀ ਤੂੰ ਪੁੱਛਿਆ ਹੋਣਾ ਸੁਲੱਖਣੀ ਨੂੰ ਵੀ ਉਹਨੂੰ ਕਿਹੜੀ ਚੀਜ਼ ਨਹੀਂ ਮਿਲੀ ਘਰ ਵਿੱਚ, ਕਿਹੜੀ ਵਸਤੂ, ਕਿਹੜਾ ਪਦਾਰਥ ਹੈ ਜਿਹੜਾ ਉਹਨੂੰ ਨਹੀਂ ਮਿਲਿਆ। ਜਾਂ ਤੇ ਦੁਖੀ ਸੁਤਾ ਨਿਜ ਚੀਨੀ। ਜਿਹਦੇ ਨਾਲ ਤੇਰੀ ਧੀ ਘਰ ਦੇ ਵਿੱਚ ਦੁਖੀ ਰਹਿੰਦੀ ਹੈ, ਕੀ ਨਹੀਂ ਮਿਲਿਆ ਉਹਨੂੰ? ਪਹਿਨਣ ਨੂੰ ਕੱਪੜੇ ਨਹੀਂ ਮਿਲੇ ਜਾਂ ਖਾਣ ਨੂੰ ਭੋਜਨ ਨਹੀਂ ਮਿਲਿਆ। ਸਰਬ ਵਸਤ ਭਰਾਤਾ ਨੇ ਦੀਨੀ। ਮੇਰੇ ਵੀਰ ਨੇ ਹਰ ਉਹ ਸ਼ੈ ਉਹਨੂੰ ਦਿੱਤੀ ਹੈ ਜਿਹੜੀ ਉਹਨੂੰ ਚਾਹੀਦੀ ਹੈ। ਹਰ ਵਸਤੂ ਉਹਨੂੰ ਲੋੜੀਂਦੀ ਵਸਤੂ ਪ੍ਰਦਾਨ ਕੀਤੀ ਹੈ। ਖਰਚਨ ਖਾਨ ਅਤੋਟ ਹੈ ਕੀਨੀ। ਘਰ 'ਚ ਜਿੰਨਾ ਮਰਜ਼ੀ ਖਾਣ ਖਰਚਣ ਅਤੋਟ ਹੀ ਹੈ। ਉਹਨਾਂ ਦੇ ਮੋਦੀ ਖਾਨੇ 'ਚ ਕਦੇ ਤੋਟਾ ਨਹੀਂ ਆਇਆ ਤੇ ਉਹਨਾਂ ਦੇ ਘਰ ਦੇ ਵਿੱਚ ਭਲਾ ਕਿਵੇਂ ਤੋਟਾ ਆ ਸਕਦਾ ਹੈ? ਹਾਂਜੀ, ਨਾਨਾ ਅਸਨ ਬਸਨ ਬਹੁ ਦੀਨੇ। ਨਾਨਾ ਪ੍ਰਕਾਰ ਦੇ ਬਸਤਰ, ਗਹਿਣੇ, ਭੋਜਨ ਉਹਨਾਂ ਨੇ ਸੁਲੱਖਣੀ ਨੂੰ ਦਿੱਤੇ ਨੇ। ਸੁੰਦਰ ਭੂਖਨ ਭੂਖਤ ਕੀਨੇ। ਕਿਤਨੇ ਗਹਿਣੇ ਨੇ, ਜਾ ਕੇ ਪਟਾਰਾ ਵੇਖੀ ਸੁਲੱਖਣੀ ਦਾ ਕਿ ਉਹਦੇ ਪਟਾਰੇ ਦੇ ਵਿੱਚ ਕਿੰਨੇ ਕ ਗਹਿਣੇ ਭਰੇ ਪਏ ਨੇ। ਏਕ ਫਿਕਰ ਕੋ ਜ਼ਿਕਰ ਨ ਕੋਊ। ਕਿਸੇ ਇੱਕ ਵੀ ਫਿਕਰ ਦਾ ਜ਼ਿਕਰ ਨਹੀਂ ਉਹਦੇ ਕੋਲ। ਚਾਹੇ ਜੋ ਹੋਏ ਪੁਚਾਵਹਿ ਸੋਊ। ਜੋ ਚਾਹੁੰਦੀ ਆ ਝੱਟ ਉਹਦੇ ਕੋਲ ਪਹੁੰਚਦਾ ਹੈ। ਬਿਨਾ ਦੋਖ ਤੁਮ ਕਰਹੁ ਖੁਆਰਾ। ਮੇਰੇ ਵੀਰ ਦਾ ਕੋਈ ਦੋਸ਼ ਨਹੀਂ, ਤੁਸੀਂ ਫੇਰ ਆ ਕੇ ਖੁਆਰੀ ਕਰਦੇ ਹੋ। ਕੋਈ ਦਿਨ ਪਹਿਲਾਂ ਮਾਸੜ ਜੀ ਆਏ ਸੀ,
ਉਹ ਲਾਂਭਾ ਦੇ ਕੇ ਗਏ ਨੇ ਤੇ ਮਾਸੀ ਹਲੇ ਉਹਨੂੰ ਗਏ ਨੂੰ ਕੁਝ ਦਿਨ ਵੀ ਨਹੀਂ ਹੋਏ ਤੇ ਤੂੰ ਆ ਗਈ ਹੈ ਤੇ ਤੂੰ ਆ ਕੇ ਉਹ ਲਾਂਭੇ ਦੇ ਰਹੀ ਹੈ ਬਿਨਾਂ ਕਿਸੇ ਦੋਸ਼ ਤੂੰ ਮੇਰੇ ਵੀਰ ਨੂੰ ਖੁਆਰੀ ਕਰਦੇ ਹੋ। ਤੋ ਕਿਆ ਚੱਲ ਹੈ ਹਮਰੋ ਚਾਰਾ। ਤੇ ਜੇ ਬਿਨਾਂ ਦੋਸ਼ ਤੋਂ ਖਾਂਦੇ ਪੀਂਦੇ ਵੀ ਦੁਖੀ ਹੋ ਤੁਸੀਂ ਤੇ ਫਿਰ ਮਾਸੀ ਮੇਰਾ ਫਿਰ ਸਾਡਾ ਫਿਰ ਤਾਂ ਕੋਈ ਚਾਰਾ ਨਹੀਂ, ਫਿਰ ਤਾਂ ਅਸੀਂ ਹੁਣ ਕੀ ਚਾਰਾ ਕਰੀਏ। ਸੁਨ ਮਾਸੀ ਅਸਮੰਜਸ ਗਾਥਾ। ਇਹ ਮਾਸੀ ਸੁਣ ਇਸ ਸਮੰਜਸ ਗੱਲ ਨੂੰ। ਹਮ ਬੋਲਹਿ ਜੇ ਤੁਮਰੇ ਸਾਥਾ। ਜੇ ਅਸੀਂ ਤੁਹਾਡੇ ਨਾਲ ਬਰਾਬਰ ਬੋਲੀਏ ਜਿਵੇਂ ਤੁਸੀਂ ਬੋਲਦੇ ਹੋ ਅਸ ਬਚ ਸੁਨ ਕਰ ਚੰਦੋ ਰਾਣੀ। ਤੇ ਫਿਰ ਦੱਸੋ ਕੀ ਬਣੇਗਾ, ਕੀ ਹੋਵੇਗਾ। ਜਦੋਂ ਬੇਬੇ ਨਾਨਕੀ ਨੇ ਗੱਲਾਂ ਕਹੀਆਂ ਤੇ ਮਾਤਾ ਚੰਦੋ ਰਾਣੀ ਨੇ ਸੁਣੀਆਂ। ਭਈ ਤੂਸ਼ਨੀ ਆਏ ਨਾ ਬਾਨੀ। ਹੁਣ ਮਾਤਾ ਚੰਦੋ ਰਾਣੀ ਅੱਗੋਂ ਬਿਲਕੁਲ ਚੁੱਪ, ਵੀ ਆਖਾਂ ਕਿ ਗੱਲ ਤਾਂ ਸਹੀ ਹੈ, ਵੀ ਕਿਹੜਾ ਕੋਈ ਨਾਨਕ ਕੋਈ ਮਾੜਾ ਕੰਮ ਭੈੜਾ ਕੰਮ ਕਰਦਾ, ਵੀ ਘਰ 'ਚ ਕਮੀ ਵੀ ਇਹ ਵੀ ਨਹੀਂ ਨਾ ਹੈ ਵੀ ਬਾਹਰ ਦਾਨ ਕਰੀ ਜਾਂਦੇ ਨੇ ਘਰ ਦੇ ਭੁੱਖੇ ਮਰਦੇ, ਉਹ ਵੀ ਗੱਲ ਕੋਈ ਨਹੀਂ, ਘਰ 'ਚ ਸਭ ਕੁਝ ਹੈ, ਵੀ ਗੱਲ ਤਾਂ ਸਹੀ ਹੈ। ਮਾਤਾ ਚੰਦੋ ਰਾਣੀ ਚੁੱਪ ਕਰ ਗਈ। ਜਿਉਂ ਤੱਕ ਆਗੇ ਅਗ ਅਰਗਾਈ। ਕਹਿੰਦੇ ਜਿਵੇਂ ਕਿਸੇ ਗਿਆਨੀ ਦੇ ਅੱਗੇ ਅਗਿਆਨੀ ਨਹੀਂ ਚੁੱਪ ਕਰ ਜਾਂਦਾ, ਕੋਈ ਗਿਆਨਵਾਨ ਗਿਆਨੀ ਹੋਵੇ ਤੇ ਅਗਿਆਨੀ ਉਹਦੇ ਸਾਹਮਣੇ ਬਿਲਕੁਲ ਚੁੱਪ ਹੋ ਜਾਂਦਾ, ਤੇ ਬੇਬੇ ਨਾਨਕੀ ਦੇ ਸਾਹਮਣੇ ਮਾਤਾ ਚੰਦੋ ਰਾਣੀ ਚੁੱਪ ਹੋ ਗਈ। ਬੇਬੇ ਨਾਨਕੀ ਗਿਆਨੀ ਹੈ ਤੇ ਮਾਤਾ ਚੰਦੋ ਰਾਣੀ ਅਗਿਆਨੀ ਸੀ। ਹਾਂਜੀ, ਉੱਤਰ ਬਾਤ ਨਾ ਆਵਤ ਕਾਈ। ਕਹਿੰਦੇ ਜਿਵੇਂ ਅਗਿਆਨੀ ਨੂੰ ਕੋਈ ਜਵਾਬ ਨਹੀਂ ਨਾ ਆਉੜਦਾ, ਕੋਈ ਗੱਲ ਨਹੀਂ ਆਉਂਦੀ ਅੱਗੇ ਗਿਆਨੀ ਦੇ, ਲੱਜਤ ਹੋਏ ਸੁਤਾ ਢਿਗ ਆਈ। ਏਦਾਂ ਮਾਤਾ ਚੰਦੋ ਰਾਣੀ ਨੂੰ ਵੀ ਕੋਈ ਗੱਲ ਨਹੀਂ ਆਉੜੀ। ਜਦੋਂ ਬੇਬੇ ਨੇ ਆਖਿਆ ਨਾ ਦੱਸ ਮਾਤਾ ਕਿਹੜੀ ਕਮੀ ਕੋਈ ਵਸਤੂ ਦੀ ਹੈ, ਦੱਸ ਕੋਈ ਪਦਾਰਥ ਨਹੀਂ ਹੈ ਘਰ 'ਚ। ਇਹ ਸੁਣ ਕੇ ਮਾਤਾ ਚੰਦੋ ਰਾਣੀ ਚੁੱਪ ਕਰ ਗਈ, ਵਾਪਸ ਸੁਲੱਖਣੀ ਕੋਲ ਆਈ। ਬੈਸ ਬਦਨ ਤੇ ਗਿਰਾ ਅਲਾਈ। ਕੋਲ ਬਹਿ ਕੇ ਸੁਲੱਖਣੀ ਦੇ ਮਾਤਾ ਚੰਦੋ ਰਾਣੀ ਜੀ ਬੋਲੇ। ਦੋਹਰਾ ਸੁਨ ਤਨੁ ਜਾਹੋਂ ਜਾਏ ਕੈ ਆਗੇ ਤੋਰ ਨਿਨਾਨ। ਕਹਿਣ ਲੱਗੀ ਧੀ ਸੁਲੱਖਣੀ ਮੈਂ ਤੇਰੀ ਨਨਾਣ ਕੋਲ ਗਈ ਸਾਂ, ਉਹਦੇ ਕੋਲ ਜਾ ਕੇ ਉਪਾ ਲੰਬ ਬਹੁ ਬਿਦ ਕਹੇ ਤੋ ਕੋ ਦੁਖੀ ਪਰਮਾਨ। ਤੈਨੂੰ ਦੁਖੀ ਜਾਣ ਕੇ ਮੈਂ ਬੜੇ ਲਾਂਭੇ ਦਿੱਤੇ ਜਾ ਕੇ ਨਾਨਕੀ ਨੂੰ। ਜੋ ਪਈ ਸਾਚੋ ਉੱਤਰ ਤਿਸਨੈ ਦੀਨੋ। ਪਰ ਨਾਨਕੀ ਨੇ ਅੱਗੋਂ ਸਭ ਕੁਝ ਸੱਚਾ ਜਵਾਬ ਦਿੱਤਾ, ਮੈਨੂੰ ਸੱਚਾ ਉੱਤਰ ਦਿੱਤਾ। ਮੁਝ ਬੋਲਨ ਤੇ ਤੂਸ਼ਨ ਕੀਨੋ। ਤੇ ਮੈਂ ਤਾਂ ਫਿਰ ਬੋਲ ਹੀ ਨਹੀਂ ਸਕੀ ਕੁਝ, ਮੇਰੇ ਕੋਲੋਂ ਤਾਂ ਕੋਈ ਗੱਲ ਹੀ ਨਹੀਂ ਆਈ ਦੁਬਾਰਾ ਮੁੜ ਕੇ ਮੈਂ ਕੀ ਕਹਿੰਦੀ। ਉੱਤਰ ਉਰ ਮੈਂ ਫੁਰਿਓ ਨਾ ਕੋ। ਜਦੋਂ ਉਹਨੇ ਕਿਹਾ ਵੀ ਸਭ ਕੁਝ ਆ ਘਰ 'ਚ ਕੋਈ ਕਮੀ ਨਹੀਂ ਹੈ ਤੇ ਮੈਨੂੰ ਕੋਈ ਉੱਤਰ ਨਹੀਂ ਔੜਿਆ, ਕੋਈ ਜਵਾਬ ਨਹੀਂ ਫੁਰਿਆ। ਹੀਨ ਪਦਾਰਥ ਪਾਖੋ ਸੋ। ਮੈਂ ਕੀ ਕਹਿੰਦੀ ਵੀ ਮੇਰੀ ਧੀ ਕੋਲ ਕਿਹੜਾ ਪਦਾਰਥ ਨਹੀਂ ਹੈ ਘਰ 'ਚ, ਕਿਹੜੀ ਵਸਤੂ ਨਹੀਂ ਹੈ। ਸੁਨੀ ਸੁਲਖਣੀ ਅਸ ਬਿਦ ਬਾਨੀ। ਜਦੋਂ ਮਾਤਾ ਸੁਲੱਖਣੀ ਨੇ ਮਾਤਾ ਚੰਦੋ ਰਾਣੀ ਦੀਆਂ ਗੱਲਾਂ ਸੁਣੀਆਂ, ਕਹਿਣ ਲੱਗੀ ਹੈ ਮਾਤ ਸਿਆਨੀ। ਮਾਤਾ ਸੁਲੱਖਣੀ ਜੀ ਆਪਣੀ ਮਾਂ ਨੂੰ ਕਹਿੰਦੇ, ਮਾਂ ਸੁਣ ਤੂੰ ਸਿਆਣੀ ਐ, ਆਸਨ ਬਸਨ ਭੂਖਨ ਬਰ ਜੇਤੇ। ਘਰ ਦੇ ਵਿੱਚ ਵਸਤਰ ਹੋਣੇ, ਗਹਿਣੇ ਹੋਣੇ, ਭੋਜਨ ਹੋਣਾ, ਸਰਬ ਪ੍ਰਕਾਰ ਦਏ ਮੁਝ ਤੇਤੇ। ਇਹਦੀ ਕੋਈ ਕਮੀ ਨਹੀਂ ਹੈ, ਮੇਰੇ ਕੋਲ ਸਭ ਕੁਝ ਹੈ। ਪਹਿਨਣ ਨੂੰ ਕੱਪੜੇ ਨੇ ਭਾਂਤ ਭਾਂਤ ਦੇ, ਗਹਿਣੇ ਨੇ, ਖਾਣ ਨੂੰ ਭਾਂਤ ਭਾਂਤ ਦੇ ਪਕਵਾਨ ਭੋਜਨ ਨੇ, ਘਰ 'ਚ ਸਭ ਕੁਝ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਅਵਰ ਵਸਤ ਕੀ ਕਮੀ ਨਾ ਮੋਕੋ। ਹੋਰ ਕਿਸੇ ਵੀ ਵਸਤੂ ਦੀ ਘਰ 'ਚ ਕੋਈ ਕਮੀ ਨਹੀਂ ਹੈ। ਹਿਰਦੇ ਜੋ ਦੁਖ ਸੋ ਪਾਖਤ ਤੋਕੋ। ਮੇਰੇ ਅੰਦਰ ਦਾ ਜਿਹੜਾ ਦੁੱਖ ਹੈ, ਦਿਲ ਦਾ ਜਿਹੜਾ ਦੁੱਖ ਹੈ ਮਾਤਾ, ਮੈਂ ਤੈਨੂੰ ਉਹ ਦੱਸਦੀ ਆਂ। ਕਬ ਹੈ ਪ੍ਰੀਤ ਕਰ ਆਏ ਨਾ ਸਦਨਾ। ਕਿ ਮਾਤਾ ਵੀ ਘਰ 'ਚ ਕੱਪੜੇ ਵਧੀਆ ਹੋਣੇ, ਖਾਣਾ ਪੀਣਾ ਵਧੀਆ ਹੋਣਾ, ਪਹਿਨਣ ਨੂੰ ਵਸਤਰ ਹੋਣੇ, ਕਿ ਬਸ ਇਹੀ ਸਭ ਕੁਝ ਹੁੰਦਾ। ਕਦੇ ਮੇਰੇ ਸਾਹਿਬ ਪਤੀ ਦੇਵ ਜੀ ਆ ਕੇ ਮੇਰੇ ਕੋਲ ਬਹਿ ਕੇ ਮੇਰੇ ਨਾਲ ਪ੍ਰੇਮ ਦੀ ਕੋਈ ਬਾਤ ਨਹੀਂ ਕਰਦੇ, ਆ ਕੇ ਪੁੱਛਦੇ ਨਹੀਂ ਸੁਲੱਖਣੀ ਤੇਰਾ ਕੀ ਹਾਲ ਹੈ, ਠੀਕ ਠਾਕ ਹੈ। ਕਦੇ ਹਾਲ ਚਾਲ ਨਹੀਂ ਪੁੱਛਿਆ, ਜਾਣਿਆ ਕਿ ਇਹ ਦੁੱਖ ਨਹੀਂ ਹੈ, ਕਿ ਇਹ ਪੀੜਾ ਨਹੀਂ। ਹੁਣ ਬੋਲੇ ਮਾਤਾ ਸੁਲੱਖਣੀ ਜੀ ਵੀ ਮਾਂ ਆਹ ਦੁੱਖ ਹੈ ਮੈਨੂੰ, ਕਮੀ ਕੋਈ ਨਹੀਂ ਘਰ ਵਿੱਚ ਕਿਸੇ ਵਸਤੂ ਦੀ।
ਮੁਝ ਸੋ ਬੋਲਿਓ ਬਿਹਸ ਨਾ ਬਦਨਾ। ਕਦੇ ਚਿਹਰਾ ਖਿੜਿਆ ਉਹਨਾਂ ਦਾ ਮੈਂ ਨਹੀਂ ਵੇਖਿਆ ਕਿ ਮੇਰੇ ਨਾਲ ਕਦੇ ਹੱਸ ਕੇ ਉਹਨਾਂ ਨੇ ਦੋ ਗੱਲਾਂ ਕੀਤੀਆਂ ਹੋਣ। ਹਿਰਦੇ ਮਨੋਰਥ ਕਿਸ ਤਿਗ ਭਾਖੋ। ਦੱਸ ਮਾਂ, ਹੁਣ ਮੈਂ ਇਹ ਮਨੋਰਥ ਕਿਹਨੂੰ ਦੱਸਾਂ? ਤੂੰ ਮਾਂ ਆ ਮੇਰੀ, ਮੈਂ ਤੈਨੂੰ ਦੱਸ ਸਕਦੀ ਹਾਂ। ਇੱਕ ਧੀ ਆਪਣੀ ਮਾਂ ਨਾਲ ਜਿੰਨੀ ਖੁੱਲ ਕੇ ਗੱਲ ਕਰ ਸਕਦੀ ਹੈ, ਹੋਰ ਕਿਹਦੇ ਨਾਲ ਕਰ ਸਕਦੀ ਹੈ? ਨਾ ਉਹ ਪਿਓ ਨਾਲ ਕਰ ਸਕਦੀ ਹੈ, ਨਾ ਉਹ ਨਨਾਣ ਨਾਲ ਕਰ ਸਕਦੀ ਹੈ, ਨਾ ਕਿਸੇ ਪਰਿਵਾਰ ਦੇ ਹੋਰ ਜੀ ਨਾਲ ਕਰ ਸਕਦੀ ਹੈ। ਤੂੰ ਮੇਰੀ ਮਾਂ ਹੈ, ਮੈਂ ਆਪਣੇ ਹਿਰਦੇ ਦਾ ਇਹ ਦੁੱਖ ਤੇਰੇ ਕੋਲ ਬਿਆਨ ਕਰਦੀ ਹਾਂ ਕਿ ਮੇਰੀ ਇੱਛਾ ਨਹੀਂ ਹੁੰਦੀ ਕਿ ਮੇਰਾ ਪਤੀ ਮੇਰੇ ਕੋਲ ਆ ਕੇ ਬੈਠੇ, ਹੱਸ ਕੇ ਮੁਸਕਰਾ ਕੇ ਮੇਰੇ ਨਾਲ ਦੋ ਗੱਲਾਂ ਕਰੇ। ਇਹ ਕਦੇ ਵੀ ਇਹ ਸੁੱਖ ਮੈਨੂੰ ਪ੍ਰਾਪਤ ਨਹੀਂ ਹੋਇਆ। ਜਿਸ ਸੋ ਕਹਿ ਆਪਣੇ ਦੁਖ ਨਾਖੋ। ਮੈਂ ਆਪਣਾ ਦੁੱਖ ਕਿਹਨੂੰ ਦੱਸਾਂ? ਖਾਲਸਾ ਜੀ, ਇਹ ਮਾਤਾ ਸੁਲੱਖਣੀ ਦੇ ਮਹਾਨ ਸ੍ਰੇਸ਼ਟ ਆਚਰਣ ਦਾ ਪ੍ਰਤੀਕ ਹੈ। ਕਲੀ ਕਾਲ ਦੀਆਂ ਇਸਤਰੀਆਂ ਤਾਂ ਇਹੋ ਜੀਆਂ ਨੇ। ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀਆਂ ਵਾਰਾਂ ਵਿੱਚ, ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਏ ਕਿਥਾਹੂ ਜਾਹੀ। ਇਸਤਰੀ ਦਾ ਆਪਣੇ ਪੁਰਖ ਭਰਤੇ ਨਾਲ ਪ੍ਰੇਮ ਹੈ, ਕੇਵਲ ਧਨ ਕਰਕੇ। ਧਨ ਦਿੰਦਾ ਰਹੇ, ਘਰ ਦੀਆਂ ਲੋੜਾਂ ਸਾਰੀਆਂ ਪੂਰੀਆਂ ਕਰਦਾ ਰਹੇ, ਜਿੱਥੇ ਮਰਜ਼ੀ ਜਾਵੇ ਆਵੇ ਖੇ ਖਾਵੇ, ਕੋਈ ਗੱਲ ਨਹੀਂ। ਪਰ ਮਾਤਾ ਸੁਲੱਖਣੀ ਦੀ ਬਿਰਤੀ ਉਲਟ ਹੈ। ਮਾਤਾ ਕਹਿੰਦੀ ਹੈ ਕਿ ਮੇਰੇ ਕੋਲ ਸਭ ਕੁਝ ਹੈ, ਘਰ ਵਿੱਚ ਕਮੀ ਕੋਈ ਨਹੀਂ। ਮੇਰੇ ਕੋਲ ਜਿਹੜੀ ਕਮੀ ਹੈ, ਮੇਰੇ ਸਵਾਮੀ ਜੀ ਮੇਰੇ ਸਨਮੁਖ ਬਹਿ ਕੇ ਮੈਨੂੰ ਦਰਸ਼ਨ ਦੇਣ, ਉਹਨਾਂ ਦੇ ਮੈਂ ਬਚਨ ਸੁਣਾ, ਉਹ ਮੁਸਕਰਾਉਣ ਤੇ ਮੈਂ ਉਹਨਾਂ ਦੇ ਦੀਦਾਰ ਕਰਾਂ। ਇਹ ਸ਼ੁਭ ਭਾਵਨਾ ਸੀ ਮਾਤਾ ਸੁਲੱਖਣੀ ਦੀ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਕਰਬਤ ਭਲਾ ਨਾ ਕਰਵਟ ਤੇਰੀ। ਕੱਲ ਦਾ ਦਿਨ ਬੀਤਿਆ ਨਾ, ਭਾਈ ਮਤੀ ਦਾਸ ਜੀ ਕਹਿੰਦੇ ਆਰੇ ਨਾਲ ਚੀਰ ਦਿਓ, ਮੈਨੂੰ ਪ੍ਰਵਾਨ ਹੈ, ਪਰ ਮੇਰੇ ਸਾਹਿਬ ਵੱਲ ਮੇਰਾ ਮੁਖ ਹੋਣਾ ਚਾਹੀਦਾ, ਮੈਂ ਉਹਨਾਂ ਦੀ ਕੰਡ ਨਹੀਂ ਵੇਖਣਾ ਚਾਹੁੰਦਾ। ਇਹ ਸਿੱਖ ਦੀ ਭਾਵਨਾ ਸੀ, ਮਾਤਾ ਸੁਲੱਖਣੀ ਦੀ ਇਹ ਸ਼ੁੱਧ ਭਾਵਨਾ। ਕਰਬਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬਿਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਮਾਤਾ, ਆ ਦੁੱਖ ਹੈ ਮੇਰੇ ਹਿਰਦੇ ਨੂੰ। ਨਿਤ ਪ੍ਰਤ ਚਿੰਤਾ ਮਾਹੇ ਬਿਤਾਉ। ਰਾਤ ਦਿਨ ਮੈਂ ਚਿੰਤਾ ਚ ਬਤੀਤ ਕਰਦੀਆਂ, ਖਬਰੇ ਮੇਰੇ ਕੋਲੋਂ ਕੀ ਔਗਣ ਹੋ ਗਿਆ, ਮੇਰੀ ਕੀ ਕਮੀ ਸੀ, ਮੇਰੇ ਕੋਲੋਂ ਕਿਹੜੀ ਇਹੋ ਜੀ ਭੁੱਲ ਹੋ ਗਈ ਹੈ ਕਿ ਮੇਰੇ ਸਾਈਂ ਜੀ ਮੇਰੇ ਵੱਲ ਵੇਖਦੇ ਨਹੀਂ, ਮੇਰੇ ਵੱਲ ਵੇਖ ਕੇ ਬੋਲਦੇ ਨਹੀਂ। ਮੈਂ ਰਾਤ ਦਿਨ ਇਸੇ ਚਿੰਤਾ ਵਿੱਚ ਗੁਜ਼ਾਰਦੀ ਹਾਂ। ਨਿਜ ਬੇਦਨ ਜੀਅਰਾ ਤਪਤਾਉ। ਮੇਰੀ ਵੇਦਨੇ ਅੰਦਰ ਦੀ ਇਸ ਵੇਦਨਾ ਦੇ ਵਿੱਚ ਮੇਰਾ ਜੀੜਾ ਤਪਦਾ ਹੈ। ਦੋਹਰਾ ਸੁਨਤ ਸੁਤਾ ਬਚ ਮਰਮ ਕੇ, ਗਈ ਨਾਨਕੀ ਪਾਸ। ਮਾਤਾ ਚੰਦੋ ਰਾਣੀ ਨੇ ਜਦੋਂ ਆਪਣੀ ਧੀ ਦੇ ਅੰਦਰ ਦੀ ਇਹ ਵੇਦਨ ਜਾਣੀ ਵੀ ਅਸਲੀ ਗੱਲ ਮਰਮ ਦੀ ਆ ਹੈ, ਸੁਣ ਕੇ ਮਾਤਾ ਚੰਦੋ ਰਾਣੀ ਬੇਬੇ ਨਾਨਕੀ ਜੀ ਦੇ ਕੋਲ ਗਏ। ਸਰਬ ਬ੍ਰਿਥਾ ਵਰਨਨ ਕਰੀ, ਨੀਕੀ ਰੀਤ ਪ੍ਰਕਾਸ਼। ਜਾ ਕੇ ਬੇਬੇ ਨਾਨਕੀ ਨੂੰ ਮਾਤਾ ਚੰਦੋ ਰਾਣੀ ਨੇ ਦੱਸਿਆ, ਬੇਬੇ ਨਾਨਕੀ ਆ ਤਕਲੀਫ ਹੈ ਮੇਰੀ ਧੀ ਨੂੰ। ਆ ਉਹਨੇ ਆਪਣੇ ਅੰਦਰ ਦਾ ਦੁੱਖ ਦੱਸਿਆ। ਚੌਪਈ ਕਹੈ ਨਾਨਕੀ ਮਾਸੀ ਸੁਨੀਏ। ਤੋ ਫਿਰ ਅੱਗੋਂ ਬੇਬੇ ਨਾਨਕੀ ਜੀ ਬੋਲੇ, ਮਾਸੀ ਜੀ ਸੁਣੋ। ਦੇਹ ਸੁਭਾਏ ਨਿਸ਼ਠੁਰ ਬਹੁ ਜਨੀਏ। ਮੇਰੇ ਸਾਹਿਬ, ਮੇਰੇ ਵੀਰ ਦਾ ਜਿਹੜਾ ਸੁਭਾਅ ਹੈ ਨਾ, ਉਹ ਮੁੱਢ ਤੋਂ ਇਹੋ ਜਿਹਾ ਮਸਤ ਹੈ। ਹਾਂਜੀ, ਕਰੋ ਆਵਾਹਨ ਹੋ ਕਹਿ ਕਾਲਾ। ਪਰ ਸੁਲੱਖਣੀ ਦੇ ਅੰਦਰ ਦੀ ਵੀ ਵੇਦਨ ਸੱਚੀ ਹੈ। ਮੈਂ ਕਿਸੇ ਦਿਨ ਆਪਣੇ ਵੀਰ ਨੂੰ ਘਰ ਸੱਦਾਂਗੀ, ਬੁਲਾਵਾਂਗੀ। ਨਹਿ ਆਵੈ ਤੇ ਜਾਂ ਬਿਦ ਚਾਲਾ। ਮੈਂ ਕਈ ਵਾਰੀ ਬੇਨਤੀ ਕਰਦੀ ਆ, ਫਿਰ ਉਹ ਆਉਂਦੇ ਹੁੰਦੇ ਆ। ਇਹ ਨਹੀਂ ਵੀ ਹੁਣੇ ਬੁਲਾਵਾਂ ਤੇ ਹੁਣੇ ਆ ਜਾਣ। ਉਹ ਤਾਂ ਕਈ ਵਾਰੀ ਮੇਰੇ ਨਾਲ ਵੀ ਮੈਂ ਬੁਲਾਵਾਂ ਤਾਂ ਨਹੀਂ ਆਉਂਦੇ। ਹਾਂਜੀ, ਜੇ ਆਵੈ ਨਿਜ ਸਹਿਜ ਸੁਭਾਈ। ਤੇ ਕਈ ਵਾਰ ਨਾ ਵੀ ਬੁਲਾਵਾਂ, ਮਨ 'ਚ ਚੇਤੇ ਕਰਦੀ ਹੋਵਾਂ,
ਬਿਨਾਂ ਬੁਲਾਇਆ ਸੁਤੇ ਸੇਧੀ ਸੁਭਾਵਕ ਹੀ ਆ ਜਾਂਦੇ ਨੇ। ਮਨਹੁ ਕ੍ਰੋਧ ਸੋ ਕਰਤ ਲੜਾਈ। ਤੇ ਮੈਂ ਇਦਾਂ ਸੁਣ ਜਾਪਦਾ ਵੀ ਮੇਰਾ ਮਨ ਕਰਦਾ ਹੁੰਦਾ ਵੀ ਮੈਂ ਲੜਾਂ ਇਹਨਾਂ ਨਾਲ, ਵੀ ਆਉਂਦੇ ਨਹੀਂ। ਹਾਂਜੀ, ਹਾਂ ਔਰ ਲਖ ਕਰ ਲਗ ਪਰ ਜਾਈ। ਪਰ ਉਹ ਮਾਲਕ ਨੇ ਆਪਣੇ ਸੁਭਾਅ ਦੇ, ਉਹ ਆਪਣੀ ਸਵੈ ਇੱਛਾ ਨਾਲ ਵਿਚਰਦੇ ਨੇ। ਮੈਂ ਸੁਲੱਖਣੀ ਨੂੰ ਆਪਣੀ ਛੋਟੀ ਭਰਜਾਈ ਜਾਣ ਕੇ ਕਰੋ ਤੂਸ਼ਨੀ ਸਮਾ ਬਿਤਾਈ। ਮੈਂ ਬਚਨ ਕਰਾਂਗੀ, ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਾਂਗੀ, ਪਰ ਸੁਲੱਖਣੀ ਨੂੰ ਇਹ ਕਹਿਣਾ ਵੀ ਉਹ ਕਦੇ ਮੇਰੇ ਭਰਾ ਅੱਗੇ, ਵੀਰ ਅੱਗੇ ਸਨਮੁਖ ਹੋ ਕੇ ਨਾ ਬੋਲੇ। ਹਾਂਜੀ, ਸ਼ੁਭ ਖਤਰੀ ਕੀ ਤਨੀਆਂ ਕਰਕੇ। ਸ਼ੁਭ ਖੱਤਰੀ ਦੀ ਜਿਹੜੀ ਤਨੀਆਂ ਹੈ, ਕਛ ਨਾ ਬਦਨ ਤੇ ਕਹੋ ਵਿਚਰ ਕੇ। ਮੈਂ ਕੁਝ ਨਹੀਂ ਬੋਲਦੀ, ਕੁਝ ਨਹੀਂ ਕਹਿੰਦੀ। ਕਈ ਵਾਰੀ ਸੁਲੱਖਣੀ ਮੇਰੇ ਨਾਲ ਵੀ ਆ ਕੇ ਲੜਦੀ ਹੈ, ਕਲਪਾ ਕਹਿ ਸਾਦਰ ਬੈਸਾਉ। ਮੈਂ ਸਤਕਾਰ ਦੇ ਕੇ ਉਹਨੂੰ ਬਿਠਾਉਂਦੀ ਹਾਂ। ਹਰ ਖਤਰ ਹੈ ਦੇਖ ਸੁਖ ਪਾਉ। ਮੈਂ ਚਾਹੁੰਦੀ ਆ ਵੀ ਦੋਵੇਂ ਖੁਸ਼ ਰਹਿਣ, ਸੁਲੱਖਣੀ ਖੁਸ਼ ਰਹੇ, ਵੇਖ ਕੇ ਮੇਰਾ ਚਿੱਤ ਵੀ ਸੁਖੀ ਹੁੰਦਾ ਹੈ। ਦੋਹਰਾ ਸੁਨ ਚੰਦੋ ਰਾਣੀ ਕਹਿਓ, ਪਤ ਜੇ ਪਨ ਹੈ ਸ਼ੁਭ ਬੈਨ। ਚੰਦੋ ਰਾਣੀ ਕਹਿਣ ਲੱਗੀ, ਨਾਨਕੀ ਤੂੰ ਸਿਆਣੀ ਹੈ, ਜੇ ਪਤੀ ਆਪਣੀ ਘਰਵਾਲੀ ਨਾਲ, ਪਤਨੀ ਨਾਲ ਸ਼ੁਭ ਬਚਨ ਕਹੇ। ਹੀਨ ਬਸਨ ਭੂਖਨ ਤਿਆ, ਤਦਪ ਸੁਖ ਦਿਨ ਰੈਨ। ਉਹਨੂੰ ਭਾਵੇਂ ਪਹਿਨਣ ਨੂੰ ਚੰਗੇ ਕੱਪੜੇ ਨਾ ਮਿਲਣ, ਖਾਣ ਨੂੰ ਭੋਜਨ ਪੂਰਾ ਨਾ ਮਿਲੇ, ਪਹਿਨਣ ਨੂੰ ਗਹਿਣੇ ਨਾ ਮਿਲਣ, ਉਹਦਾ ਪਤੀ ਉਹਦੇ ਨਾਲ ਪਿਆਰ ਭਰੀਆਂ ਦੋ ਬਾਤਾਂ ਕਰ ਲਵੇ, ਤਾਂ ਵੀ ਇਸਤਰੀ ਸੁਖੀ ਹੋ ਕੇ ਆਪਣਾ ਸਮਾਂ ਪਾਸ ਕਰ ਲੈਂਦੀ ਹੈ। ਸੋਰਠਾ ਨਹਿਨ ਬਦਨ ਸਨਮਾਨ, ਅਵਰ ਪਦਾਰਥ ਹੋਏ ਸਭ। ਜੇ ਘਰ 'ਚ ਸਾਰੇ ਪਦਾਰਥ ਹੋਣ ਤੇ ਇਸਤਰੀ ਨੂੰ ਉਹਦਾ ਪਤੀ ਸਨਮਾਨ ਨਾ ਦੇਵੇ, ਜਲ ਬਿਨ ਜਿਉ ਕਨ ਜਾਨ, ਬਾਦ ਹੋਣ ਤਿਨ ਕੋ ਤਥਾ। ਉਹ ਤਾਂ ਫਿਰ ਏਦਾਂ ਵੀ ਬੱਦਲ ਨੇ, ਮੀਂਹ ਤੋਂ ਪਾਣੀ ਤੋਂ ਬਿਨਾਂ ਖਾਲੀ ਬੱਦਲ, ਉਹ ਵਿਅਰਥ ਹੁੰਦੇ ਨੇ, ਉਹਨਾਂ ਵਿੱਚੋਂ ਕੁਝ ਨਹੀਂ ਵਰਸਦਾ। ਚੌਪਈ ਕਬ ਨਾ ਸਦਨ ਮੈਂ ਬਦਨ ਦਿਖਾਵਹਿ। ਚੰਦੋ ਰਾਣੀ ਕਹਿੰਦੀ ਹੈ ਬੇਬੇ ਨਾਨਕੀ ਨੂੰ ਕਿ ਗੁਰੂ ਨਾਨਕ ਸਾਹਿਬ ਕਦੇ ਘਰ ਚਿਹਰਾ ਨਹੀਂ ਵਿਖਾਉਂਦੇ, ਨਿਸਬਾ ਸੁਰ ਸਭ ਬਹਿਰ ਬਿਤਾਵਹਿ। ਰਾਤ ਦਿਨ ਉਹ ਬਾਹਰ ਦੁਕਾਨ 'ਚ ਹੀ ਰਹਿੰਦੇ ਨੇ। ਨਹਿ ਬੋਲਤ ਤੇ ਸੋ ਕਬ ਆਈ। ਉਹ ਆ ਕੇ ਬਚਨ ਨਹੀਂ ਕਰਦੇ ਸੁਲੱਖਣੀ ਨਾਲ। ਮਨ ਸਮਝੋ ਆਪਣੇ ਪਰਥਾਈ। ਤੂੰ ਆਪ ਸਮਝ, ਜੈ ਰਾਮ ਤੇਰੇ ਨਾਲ ਗੱਲਬਾਤ ਨਾ ਕਰੇ ਤੇ ਤੂੰ ਕਿਵੇਂ ਰਵੇਂਗੀ ਘਰ 'ਚ? ਤੂੰ ਆਪਣੇ ਆਪ ਦੇ ਨਾਲ ਇਹ ਸਮਝ ਲੈ। ਸੁਨ ਪੁਨ ਭਨਤ ਨਾਨਕੀ ਬਾਨੀ। ਸੁਣ ਕੇ ਬੇਬੇ ਨਾਨਕੀ ਜੀ ਬੋਲੇ, ਮ੍ਰਿਦੁਲ ਮਧੁਰ ਗੁਣ ਗਨ ਜਨ ਖਾਨੀ। ਬੜੇ ਮਿਰਦਲ ਕੋਮਲ ਬਚਨ, ਜਿਨ੍ਹਾਂ 'ਚ ਗੁਣੀ ਗੁਣ ਨੇ, ਉਹ ਬਚਨ ਬੋਲੇ। ਹੇ ਮਾਸੀ ਤੂੰ ਸਭ ਬਿਦ ਸਾਚੀ। ਮਾਸੀ ਤੂੰ ਜੋ ਕਿਹਾ ਬਿਲਕੁਲ ਸੱਚ ਆਖਿਆ। ਤਵ ਤਨੀ ਆਪੀ ਸਾਚ ਉਬਾਚੀ। ਤੇਰੀ ਧੀ ਵੀ ਸੱਚ ਕਹਿੰਦੀ ਐ, ਤਦਪ ਅਸ ਪ੍ਰਕਾਰ ਸਮਝਾਈਐ। ਫਿਰ ਵੀ ਤੂੰ ਸੁਲੱਖਣੀ ਨੂੰ ਸਮਝਾ ਕੇ ਜਾਈ ਹੋਏ ਦੀਨ ਮਨ ਸੇਵ ਕਮਾਈਐ। ਤੇ ਉਹਨੂੰ ਆਖੀ ਉਹ ਦੀਨ ਹੋ ਕੇ ਜਦੋਂ ਸਾਹਿਬ ਘਰ ਆਇਆ ਕਰਨ, ਉਹਨਾਂ ਦੀ ਸੇਵਾ ਕਰਿਆ ਕਰੇ ਹੱਥ ਜੋੜ ਕੇ। ਉਹ ਰੀਝ ਪੈਂਦੇ ਆ, ਬੜੇ ਪ੍ਰਸੰਨ ਹੁੰਦੇ ਆ, ਪੁਰਖੋਤਮ ਹੋਇਆ ਸੇਵ ਅਧੀਨਾ। ਕਿਉਂਕਿ ਪਰਮੇਸ਼ਰ ਸੇਵਾ ਦੇ ਅਧੀਨ ਹੁੰਦਾ। ਜਿਹੜਾ ਪ੍ਰੇਮ ਨਾਲ ਸੇਵਾ ਕਰਦਾ ਉਹ ਸਾਹਿਬ ਜੀ ਉਹਦੇ ਅਧੀਨ ਹੋ ਜਾਂਦੇ ਨੇ। ਇਉ ਪਾਖਤ ਹੈ ਗੁਣੀ ਪ੍ਰਬੀਨਾ। ਗੁਣੀ ਪ੍ਰਬੀਨ ਇਹ ਕਹਿੰਦੇ ਆ ਰੱਬ ਵੀ ਸੇਵਾ ਕੀਤਿਆਂ ਵਸ ਚ ਆਉਂਦਾ। ਤੁਸੀਂ ਜਾ ਕੇ ਮਾਸੀ ਜੀ ਸੁਲੱਖਣੀ ਨੂੰ ਸਮਝਾਇਓ ਕਿ ਜਦੋਂ ਮੇਰਾ ਵੀਰ ਘਰ ਆਉਂਦਾ ਉਹ ਸੇਵਾ ਕਰਨ, ਜਦੋਂ ਸੇਵਾ ਕਰਨਗੇ ਤੇ ਉਹਨਾਂ ਦੇ ਵਸ ਹੋ ਜਾਣਗੇ, ਭਾਵ ਉਹਨਾਂ ਤੇ ਪ੍ਰਸੰਨ ਹੋਣਗੇ। ਹਵੈ ਪਰਸੰਨ ਦੀਨਨ ਪਰ ਦਿਆਲਾ। ਦੀਨਾਂ ਤੇ ਦਇਆ ਕਰਨ ਵਾਲੇ ਨੇ ਸਤਿਗੁਰੂ ਜੀ। ਕਬ ਨਾ ਮਿਟਾਵੈ ਬਿਰਥੀ ਕਾਲਾ। ਉਹ ਆਪਣੀ ਸੇਵਾ ਕਰਨ ਵਾਲਿਆਂ ਦੀ ਘਾਲਣਾ ਵਿਅਰਥ ਨਹੀਂ ਜਾਣ ਦਿੰਦੇ। ਹੱਥ ਬੰਦ ਹਾਂ ਭੀ ਤੇ ਕਹਿ ਹਾਂ। ਤੇ ਮੈਂ ਵੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਾਂਗੀ। ਔਰ ਮੈਂ ਡਰਤ ਸਦਾ ਹੀ ਰਹਿ ਹਾਂ। ਮੈਂ ਬੇਨਤੀ ਕਰਾਂਗੀ, ਹੁਕਮ ਨਹੀਂ, ਕਿਉਂਕਿ ਮੈਂ ਤਾਂ ਉਹਨਾਂ ਕੋਲੋਂ ਹਮੇਸ਼ਾ ਡਰ ਕੇ ਰਹਿਨੀ ਆ, ਉਹਨਾਂ ਦੇ ਭੈ ਵਿੱਚ ਰਹਿੰਦੀ ਹਾਂ। ਦੋਹਰਾ ਤੁਮ ਜਾਣੋਗੇ ਭਰਾਤ ਕੋ ਕਰਤ ਸੋ ਜਸ ਹਮ ਪਾਸ। ਤੁਸੀਂ ਜਾਣਦੇ ਹੋਵੋਗੇ ਕਿ ਮੈਂ ਆਪਣੇ ਭਰਾ ਦੀ ਵਡਿਆਈ ਕਰਦੀ ਆ ਤੁਹਾਡੇ ਅੱਗੇ। ਹਉ ਨ ਲਖੋ ਸੋਦਰ ਤਿਸੈ ਪਰਮੇਸ਼ੁਰ ਸੰਕਾਸ। ਪਰ ਮਾਸੀ ਸੱਚ ਤਾਂ ਇਹ ਹੈ ਕਿ ਮੈਂ ਉਹਨਾਂ ਨੂੰ ਕਦੇ ਆਪਣਾ ਭਰਾ ਜਾਣਿਆ ਹੀ ਨਹੀਂ। ਮੈਂ ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਰੂਪ ਕਰਕੇ ਵੇਖਿਆ ਤੇ ਮੰਨਿਆ ਹੈ।
ਸਤਿ ਸ੍ਰੀ ਅਕਾਲ। ਇਹ ਗੱਲ ਮਾਸੀ ਜੀ ਤੁਸੀਂ ਆਪਣੇ ਹਿਰਦੇ 'ਚ ਜਾਣ ਲਓ। ਜੋ ਪਈ ਨਿਸ਼ਚੈ ਸਤ ਜਾਨੋ ਮਨ ਮਾਸੀ। ਹਾਂ ਮਾਸੀ, ਇਸ ਗੱਲ ਨੂੰ ਸੱਚ ਕਰਕੇ ਨਿਸ਼ਚੈ ਕਰਕੇ ਜਾਣ। ਸਰਬ ਵਿਕਾਰ ਕੀਨ ਜਿਨ ਨਾਸ਼ੀ। ਮੇਰੇ ਸਤਿਗੁਰੂ ਜੀ ਨੇ ਸਾਰੇ ਵਿਕਾਰ ਨਾਸ਼ ਕਰ ਦਿੱਤੇ ਨੇ। ਸੰਤ ਸਰੂਪ ਜੋ ਕਹੈ ਸਪੂਰਨ। ਉਹ ਪੂਰਨ ਸੰਤ ਸਵਰੂਪ ਹਨ। ਰਹਿਤ ਡਰਤ ਹਮ ਲਖ ਉਰ ਕੂਰਨਾ। ਮੈਂ ਉਹਨਾਂ ਤੋਂ ਭੈ ਭੀਤ ਹੋ ਕੇ ਰਹਿਨੀ, ਇਹਦੇ 'ਚ ਕੋਈ ਝੂਠ ਨਹੀਂ ਹੈ। ਅਬ ਜਾਵੋ ਤੁਮ ਤੇ ਪਛਤਾਤਾ। ਤੁਸੀਂ ਹੁਣ ਜਾਓ। ਜਬ ਆਵਾਸ ਆਵੈ ਸ਼੍ਰੀ ਭਰਾਤਾ। ਤੁਹਾਡੇ ਤੋਂ ਬਾਅਦ ਜਦੋਂ ਸਾਹਿਬ ਜੀ ਮੇਰੇ ਕੋਲ ਆਉਣਗੇ ਘਰ, ਕਰਵਾਵੇਂਗੀ ਬਹੁਤ ਦਿਲਾਸਾ। ਮੈਂ ਉਹਨਾਂ ਨੂੰ ਬੇਨਤੀ ਕਰਾਂਗੀ, ਤਬ ਤਨੀਆਂ ਕੋ ਨਾਨਕ ਪਾਸਾ। ਸਤਿਗੁਰੂ ਜੀ ਤੇਰੀ ਧੀ ਰਾਣੀ ਦੇ ਦਰਸ਼ਨ ਦਿਆ ਕਰਨਗੇ। ਇਹ ਬਿਦ ਮధుਰ ਬਚਨ ਕਹਿ ਨਾਨਾ। ਏਦਾਂ ਬੜੇ ਮਿੱਠੇ ਮਿੱਠੇ ਬੋਲ ਕਹਿ ਕੇ ਬੇਬੇ ਨਾਨਕੀ ਨੇ ਸ਼ੀਤਲ ਕਰੀ ਕ੍ਰੋਧ ਪਾਹਾਨਾ। ਮਾਤਾ ਚੰਦੋ ਰਾਣੀ ਦਾ ਹਿਰਦਾ ਸ਼ਾਂਤ ਕੀਤਾ ਬਹੁਰ ਸਨੇਹ ਸੰਗ ਸੁਖ ਸਾਨੀ। ਔਰ ਬੜੇ ਸਨੇਹ ਭਰੇ ਬੋਲ ਕਹੇ। ਯੁਗਮ ਪਰਸਪਰ ਬੋਲਹਿ ਬਾਨੀ। ਦੋਵੇਂ ਕੁਝ ਸਮਾਂ ਬਹਿ ਕੇ ਫਿਰ ਬਚਨ ਕਰਨ ਲੱਗੇ। ਉਠ ਕਰ ਆਈ ਤਨੀਆਂ ਪਾਸਾ। ਉੱਠ ਕੇ ਮਾਤਾ ਚੰਦੋ ਰਾਣੀ ਮਾਤਾ ਸੁਲੱਖਣੀ ਜੀ ਕੋਲ ਆਈ। ਸਮਝਾਈ ਬਹੁ ਦੀਨ ਦਿਲਾਸਾ। ਆ ਕੇ ਸਮਝਾਇਆ, ਬੇਟਾ ਤੂੰ ਸੇਵਾ ਟਹਿਲ ਕਰਿਆ ਕਰ। ਕੰਤ ਤੋਹੇ ਨੀਕੋ ਸ਼ੁਭ ਕਰਮੀ। ਤੇਰਾ ਕੰਤ ਤੇਰਾ ਪਤੀ ਬੜਾ ਨੇਕ ਕਰਮਾਂ ਵਾਲਾ ਹੈ। ਪੂਰਬ ਕੋ ਉਦਾਰ ਦਿੜ ਧਰਮੀ। ਉਹਦਾ ਸੁਭਾਅ ਮੁੱਢ ਤੋਂ ਹੀ ਉਦਾਰਤਾ ਵਾਲਾ ਹੈ। ਤੂੰ ਨੈ ਹਰ ਘਰ ਹੁਤੀ ਦੁਲਾਰੀ। ਤੂੰ ਆਪਣੇ ਪੇਕੇ ਘਰ 'ਚ ਦੁਲਾਰੀ ਸੀ। ਨਹਿ ਜਾਣੈ ਕਛ ਸੇਵ ਪ੍ਰਕਾਰੀ। ਤੂੰ ਕਦੇ ਬਹੁਤੀ ਸੇਵਾ ਟਹਿਲ ਕੀਤੀ ਨਹੀਂ ਕਿਸੇ ਦੀ, ਹੁਣੇ ਸੇਵਾ ਦਾ ਤੈਨੂੰ ਮੌਕਾ ਮਿਲਿਆ। ਅਬ ਮਨ ਸਮਝ ਸੇਵ ਪਤ ਤੂੰ ਕੀਜੈ। ਉਹਨੂੰ ਆਪਣਾ ਪਰਮੇਸ਼ਰ ਜਾਣ ਕੇ ਸੇਵਾ ਕਰ ਭਲੇ ਰਜਾਏ ਸਰਬ ਸੁਖ ਲੀਜੈ। ਔਰ ਉਹਨਾਂ ਨੂੰ ਪ੍ਰਸੰਨ ਕਰਕੇ ਸਰਬ ਸੁਖ ਮਾਣ। ਪਤ ਕੀ ਸੇਵ ਕਰਤ ਤੀ ਜੇਤੀ। ਜਿੰਨੀਆਂ ਇਸਤਰੀਆਂ ਆਪਣੇ ਪਤੀ ਦੀ ਸੇਵਾ ਕਰਦੀਆਂ ਨੇ, ਸੁਖੀ ਰਹਿਤ ਦਵੈ ਲੋਕਨ ਤੇਤੀ। ਉਹ ਦੋਹਾਂ ਜਹਾਨਾਂ ਵਿੱਚ ਸੁਖੀ ਹੋ ਜਾਂਦੀਆਂ ਨੇ। ਅਸ ਪ੍ਰਕਾਰ ਕੀ ਸੀਖ ਸਿਖਾਨੀ। ਏਦਾਂ ਮਾਤਾ ਚੰਦੋ ਰਾਣੀ ਨੇ ਮਾਤਾ ਸੁਲੱਖਣੀ ਨੂੰ ਸਿੱਖਿਆ ਦਿੱਤੀ। ਕਿਤਕ ਦਿਵਸ ਰਹਿ ਚੰਦੋ ਰਾਣੀ। ਕੁਝ ਦਿਨ ਮਾਤਾ ਸੁਲੱਖਣੀ ਜੀ ਦੇ ਕੋਲ ਮਾਤਾ ਚੰਦੋ ਰਾਣੀ ਜੀ ਰਹੇ। ਦੋਹਰਾ ਪੁਨ ਜਨਨੀ ਨਿਜ ਨਗਰ ਕੋ ਪ੍ਰਾਪਤ ਭਈ ਆਵਾਸ। ਕੁਝ ਦਿਨਾਂ ਬਾਅਦ ਮਾਤਾ ਜੀ ਵਾਪਸ ਆਪਣੇ ਨਿਵਾਸ ਤੇ ਯਾਨੀ ਕਿ ਮਾਤਾ ਚੰਦੋ ਰਾਣੀ ਜੀ ਬਟਾਲੇ ਚਲੇ ਗਏ। ਭਜ ਸੰਤੋਖ ਸਿੰਘ ਗੁਰ ਚਰਨ ਜਨਮ ਮਰਨ ਕਟ ਫਾਸ। ਮਾਂ ਕਵੀ ਜੀ ਕਹਿੰਦੇ ਆ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਭਜਨ ਕਰੋ ਭਾਈ। ਜਿਨ੍ਹਾਂ ਦੇ ਚਰਨਾਂ ਦਾ ਭਜਨ ਕੀਤਿਆਂ ਜੰਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਹੇ ਪੂਰਨ ਹੈ ਸਰਬ ਮੈਂ, ਹੇ ਸੰਗੀ ਹੈ ਨਿਰੰਕਾਰ, ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਬਵੇ ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ,
ਹਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ